ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜਿਹੜਾ ਤੁਸੀਂ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਚੇਂਜਸ ਕਰਵਾਉਣਾ ਚਾਹੁੰਦੇ ਹੋ ਪਲਾਨਸ ਦੇ ਵਿੱਚ, ਇਹਨਾਂ ਦੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਨਾਲ ਮੈਡੀਕੇਅਰ ਦੀਆਂ ਸੇਵਾਵਾਂ ਪੂਰੇ ਅਮਰੀਕਾ ਭਰ ਦੇ ਵਿੱਚ ਦਿੰਦੇ ਨੇ। ਕਾਲ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। DNV ਟਰੱਕ ਟ੍ਰੇਲਰ ਰਿਪੇਅਰ, ਟਰੱਕ ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਹਨ। ਇੰਜਨ, ਕਲਚ, ਬ੍ਰੇਕ, ਟਾਇਰਸ, AC, ਡੈਫ, ਸਮੌਗ ਦਾ ਇਹ ਕੰਮ ਕਰਦੇ ਨੇ। ਟਰੱਕ ਪਾਰਕਿੰਗ ਵੀ ਇਹਨਾਂ ਦੇ ਅਵੇਲੇਬਲ ਆ। ਐਂਟੀਲੋਪ ਲਈ ਕਾਲ 9162252290, ਟੁਲੈਰੀ ਲਈ ਕਾਲ 5596162421। ਤੇ ਅਪਡੇਟ ਟਰੱਕਿੰਗ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੋਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ। ਹਰ ਤਰ੍ਹਾਂ ਦੇ ਇਹਨਾਂ ਦੇ ਕੋਲ ਟਰੱਕ ਟ੍ਰੇਲਰ ਦੇ ਪਾਰਟਸ ਅਵੇਲੇਬਲ ਨੇ। ਆਫਟਰ ਮਾਰਕੀਟ ਹਾਈ ਕੁਆਲਿਟੀ ਪਾਰਟਸ ਅਤੇ OEM ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਤੇ ਇਹਨਾਂ ਤੋਂ ਖਰੀਦ ਸਕਦੇ ਹੋ। ਦੋ ਲੋਕੇਸ਼ਨਸ ਨੇ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698। ਜੀ ਸਰੋਤਿਓ, ਸੋ ਟਰੱਕਿੰਗ ਤੋਂ ਪਹਿਲਾਂ ਇੱਕ ਨਿਊਜ਼ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਅੱਜ ਸਟੇਟ ਆਫ ਦ ਯੂਨੀਅਨ ਐਡਰੈਸ ਹੋਣਾ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ, ਜੋ ਉਹਨਾਂ ਨੇ ਪਿਛਲੇ ਸਾਲ ਦੇ ਦੌਰਾਨ ਕੀਤਾ ਹੈਗਾ, ਉਹਦੇ ਬਾਰੇ ਦੱਸਣਗੇ। ਇਕੋਨਮੀ ਨੂੰ ਲੈ ਕੇ ਤੇ ਹਾਇਰ ਟੈਕਸਿਸ ਕਾਰਪੋਰੇਸ਼ਨ ਦੇ ਉੱਤੇ ਜਾਂ ਅਮੀਰ ਲੋਕਾਂ ਦੇ ਉੱਤੇ ਇਹ ਡਿਸਕਸ ਕਰਨਗੇ। ਨਾਲ ਦੀ ਨਾਲ ਆਪਣਾ ਜਿਹੜਾ ਡਿਫਰੈਂਸ ਦੱਸਣਗੇ ਟਰੰਪ ਦੀ ਸਰਕਾਰ ਵੇਲੇ ਨਾਲੋਂ ਹੁਣ ਕੀ ਆ। ਵਾਈਟ ਹਾਊਸ ਨੇ 70 ਤੋਂ ਜ਼ਿਆਦਾ ਜਿਹੜੇ ਆ ਡਿਜੀਟਲ ਕ੍ਰੀਏਟਰਸ, ਡਿਜੀਟਲ ਪਬਲਿਸ਼ਰਸ, ਇਨਫਲੂਐਂਸਰਸ, ਉਹਨਾਂ ਨੂੰ ਜਿਹੜਾ ਸੱਦਾ ਦਿੱਤਾ ਹੋਇਆ, ਹੋਸਟ ਕੀਤਾ ਹੋਇਆ, ਜੋ ਕਿ 100 ਮਿਲੀਅਨ ਤੋਂ ਵੱਧ ਲੋਕ ਜਿਹੜੇ ਉਹਨਾਂ ਨੂੰ ਵੱਖ-ਵੱਖ ਜਿਹੜੇ ਮੀਡੀਅਮਸ ਆ ਉਹਨਾਂ ਦੇ ਰਾਹੀਂ ਦੇਖ ਸਕਣਗੇ। ਸੋ ਜਿਹੜੇ ਨਵੇਂ ਰਿਪਬਲਿਕਨ ਪਾਰਟੀ ਦੇ ਸਪੀਕਰ ਹੈਗੇ ਆ, ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜਾ ਟੈਂਪਰੇਚਰ ਆ ਥੋੜਾ ਸਾਰਿਆਂ ਦਾ ਡਾਊਨ ਰੱਖੋ, ਉੱਥੇ ਹੈਕਲਿੰਗ ਵਗੈਰਾ ਨਾ ਕੀਤੀ ਜਾਵੇ। ਸੋ ਅੱਜ ਦੇਖਦੇ ਹਾਂ ਸ਼ਾਮ ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਜਿਹੜਾ ਆ ਸਟੇਟ ਆਫ ਦ ਯੂਨੀਅਨ ਜਦੋਂ ਐਡਰੈਸ ਕਰਨ ਜਾ ਰਹੇ ਆ, ਤੇ ਉਹਦੇ ਵਿੱਚ ਕੀ ਜਿਹੜੇ ਅਮਰੀਕਾ ਦੇ ਲੋਕ ਆ ਉਹਨਾਂ ਨੂੰ ਦੱਸਣ ਜਾ ਰਹੇ ਆ। ਜੀ ਬਿਲਕੁਲ। ਤੇ ਆਪਣੇ ਨਾਲ ਰਮਨ ਜੀ ਜੁੜ ਚੁੱਕੇ ਨੇ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਇਕੋਨਮੀ ਦੀ ਜਿੱਦਾਂ ਗੱਲ ਕੀਤੀ ਹੈ, ਇੱਕ ਹੋਰ ਹਰਜੋਤ ਸਿੰਘ ਜੀ ਇੱਕ ਖਬਰ, ਤੇ ਫਿਰ ਉਸ ਤੋਂ ਆਪਾਂ ਬਾਅਦ 'ਚ ਟਰੱਕਿੰਗ ਵੱਲ ਨੂੰ ਵੱਧਦੇ ਹਾਂ। ਤੇ ਬਾਕੀ ਟਰੱਕਿੰਗ ਦੇ ਕਿਸੇ ਇਸ਼ੂ ਦੇ ਉੱਤੇ ਤੁਸੀਂ ਗੱਲ ਕਰਨੀ ਆ, ਕੋਈ ਆਪਣੇ ਵਿਚਾਰ ਸਾਂਝੇ ਕਰਨੇ ਆ, ਉਸ ਦੇ ਬਾਰੇ ਤੁਸੀਂ ਕਾਲ ਵੀ ਕਰ ਸਕਦੇ ਹੋ 408-272-5200 ਦੇ ਉੱਤੇ। ਇੱਕ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਵੀ ਬਾਈਡਨ ਹੁਣੀ ਕਹਿੰਦੇ ਵੀ ਸ਼ਾਇਦ ਅਨਾਊਂਸ ਕਰਨ ਜਾ ਰਹੇ ਆ ਵੀ US ਵਾਲੇ ਗਾਜ਼ਾ ਪੱਟੀ ਦੇ ਵਿੱਚ ਸਮੁੰਦਰ ਵਾਲੇ ਪਾਸੇ ਨੂੰ ਪੋਰਟ ਬੰਦਰਗਾਹ ਜਿਹੜੀ ਉਹ ਬਣਾਉਣ ਜਾ ਰਹੇ ਆ, ਤਾਂ ਜੋ ਉੱਥੇ ਜਿਹੜੀ ਰਾਹਤ ਸਮੱਗਰੀ ਆ, ਰਾਹਤ ਜਿਹੜੀ ਆ ਉਹ ਪਹੁੰਚਾਈ ਜਾ ਸਕੇ। ਰਾਈਟ ਨਾਓ US ਹਵਾ ਦੇ ਜ਼ਰੀਏ ਜਿਹੜੀ ਏਰੀਅਲ ਏਡ ਆ ਉਹ ਉੱਥੇ ਪਹੁੰਚਾ ਰਿਹਾ ਆ, ਤੇ ਉਹ ਇਹ ਮੰਨਿਆ ਜਾਂਦਾ ਵੀ ਉਹ ਕੋਈ ਬਹੁਤੀ ਕਾਰਗਰ ਚੀਜ਼ ਨਹੀਂ ਹੁੰਦੀ। ਸੋ ਆਪਾਂ ਨੂੰ ਪਤਾ ਵੀ ਇਜ਼ਰਾਈਲ ਵਾਲੇ ਬਹੁਤੀਆਂ ਜਿਹੜੀਆਂ ਏਡਸ ਦੇ ਟਰੱਕ ਆ ਉਹ ਉੱਥੇ ਪਹੁੰਚਣ ਨਹੀਂ ਦੇ ਰਹੇ। ਜਿਹੜੀ ਰਾਹਤ ਵਾਲੇ ਜਿਹੜੇ ਆ ਰਹੇ ਆ ਸਮਾਨ, ਉੱਥੇ ਜ਼ਿਆਦਾ ਜਾਣ ਨਹੀਂ ਦੇ ਰਹੇ। ਬੜਾ ਸਲੋ ਆ ਪ੍ਰੋਸੈਸ, ਲੋਕਾਂ ਨੂੰ ਉੱਥੇ ਬਹੁਤ ਜ਼ਿਆਦਾ ਜ਼ਰੂਰਤ ਆ। ਤੇ ਕਹਿੰਦੇ ਸਟੇਟ ਆਫ ਯੂਨੀਅਨ ਐਡਰੈਸ ਦੇ ਵਿੱਚ ਅੱਜ ਬਾਈਡਨ ਹੁਣੀ ਇਹ ਚੀਜ਼ ਜਿਹੜੀ ਆ ਉਹ ਅਨਾਊਂਸ ਕਰ ਸਕਦੇ ਆ। ਜੀ, ਸੋ ਟਰੱਕਿੰਗ ਵੱਲ ਚਲੀਏ। ਟਰੱਕਿੰਗ ਨਾਲ ਰਿਲੇਟਡ ਪਹਿਲਾਂ ਤਾਂ ਰਮਨ ਜੀ ਆਪਾਂ ਥੋੜਾ ਜਿਹਾ ਅਪਡੇਟ ਕਰ ਲਈਏ ਵੀ ਕੀ ਚੱਲ ਰਿਹਾ ਇਕੋਨੋਮੀ ਵਾਈਜ਼ ਟਰੱਕਿੰਗ ਦੇ ਵਿੱਚ।
ਬਿਲਕੁਲ ਜੀ, ਇਕਾਨਮੀ ਵਾਈਜ਼ ਤਾਂ ਦੇਖੋ ਆ ਜਿਹੜਾ ਮਹੀਨਾ ਹੈਗਾ ਆ ਇਹ ਕਾਫੀ ਇੰਪੋਰਟੈਂਟ ਮੰਨਿਆ ਜਾ ਰਿਹਾ ਹੈਗਾ ਕਿ ਆਪਣੀ ਜਿਹੜੀ ਟਰਕਿੰਗ ਹੈਗੀ ਆ ਇਹ ਮਿਡ ਆਫ ਮਾਰਚ ਤੋਂ ਬਾਅਦ ਜਿਹੜੀ ਪਿਕਅਪ ਕਰ ਜਾਂਦੀ ਆ। ਸੋ ਜਿਹੜੀ ਇਸ ਵੇਲੇ ਸਿਚੁਏਸ਼ਨ ਹੈਗੀ ਆ ਥੋੜੀ ਬਹੁਤ ਪਿਕਅਪ ਜੇ ਕਹਿ ਲਓ ਹੈਗੀ ਆ, ਪਰ ਸਟਿਲ ਜਿਹੜਾ ਵੈਦਰ ਦੀ ਸਿਚੁਏਸ਼ਨ ਹੈਗੀ ਆ ਉਹ ਬਹੁਤ ਵੱਡਾ ਫੈਕਟਰ ਹੈਗਾ। ਜਿਹੜਾ ਇੱਧਰੋਂ ਕੈਲੀਫੋਰਨੀਆ ਤੋਂ ਸੀਜ਼ਨ ਸ਼ੁਰੂ ਹੁੰਦਾ ਆ ਆਲਮੋਸਟ ਸ਼ੁਰੂ ਹੋ ਚੁੱਕਾ ਆ, ਪਰ ਸਟਿਲ ਜਿਹੜਾ ਆ ਸੌਫਟ ਸਟਾਰਟ ਹੈਗੀ ਆ। ਇਹਦੇ ਨਾਲ ਜਿਹੜਾ ਇਸ ਵੇਲੇ ਸਾਰਿਆਂ ਨਾਲੋਂ ਵੱਡਾ ਇੱਕ ਹੋਰ ਇਸ਼ੂ ਜਿਹੜਾ ਚੱਲ ਰਿਹਾ ਹੈਗਾ ਉਹ ਹੈਗਾ ਕਿ ਜਿਹੜਾ ਕਾਰਬ ਵੱਲੋਂ ਜਿਹੜੀਆਂ ਰਿਸਟ੍ਰਿਕਸ਼ਨਜ਼ ਆ ਰਹੀਆਂ ਹੈਗੀਆਂ ਆਉਣ ਵਾਲੇ ਸਮੇਂ ਦੇ 'ਚ ਟਰੱਕਾਂ ਦੀ ਜਿਹੜੀ ਕਹਿ ਲਓ ਕਿ ਰਜਿਸਟ੍ਰੇਸ਼ਨ ਵਗੈਰਾ ਹੈਗੀਆਂ ਉਹ ਬੜੀਆਂ ਇਸ ਵੇਲੇ ਕਨਫਿਊਜ਼ਿੰਗ ਸਟੇਜ 'ਚ ਹੈਗੀਆਂ, ਕਿਉਂਕਿ ਕੁਝ ਕਹਿ ਰਿਹਾ ਕਿ ਜਿਹੜਾ ਇਸ ਵਾਰੀ ਜਿਹੜਾ 24 ਵਾਲੇ ਟਰੱਕ ਹੈਗੇ ਆ ਉਹ ਰਜਿਸਟਰਡ ਹੋ ਸਕਦੇ ਆ, 25 ਵਾਲੇ ਨਹੀਂ ਹੋ ਸਕਦੇ, 26 ਵਾਲੇ ਨਹੀਂ ਹੋ ਸਕਦੇ ਅਜੇ। ਸੋ ਕਹਿਣ ਦਾ ਭਾਵ ਇਹ ਆ ਕਿ ਸਟਿਲ ਕਾਰਬ ਵੱਲੋਂ ਬਹੁਤ ਹੀ ਜ਼ਿਆਦਾ ਕਨਫਿਊਜ਼ਨ ਵਾਲੀ ਸਿਚੁਏਸ਼ਨ ਜਿਹੜੀ ਆ ਉਹ ਬਣੀ ਹੋਈ ਆ। ਠੀਕ ਹੈ। ਜੇ ਅਸੀਂ ਵੀ ਕਾਰਬ ਦੇ ਨਾਲ ਟਰਾਈ ਕਰਦੇ ਆ, ਕੋਸ਼ਿਸ਼ ਕਰਦੇ ਆ ਕੁਝ ਗੱਲ ਕਰਨ ਦੀ, ਤਾਂ ਸਾਨੂੰ ਵੀ ਕਲੈਰਿਟੀ ਦੇ ਵਿੱਚ ਕੋਈ ਜਵਾਬ ਨਹੀਂ ਆਉਂਦਾ ਹੈਗਾ। ਤੋ ਇਸ ਕਰਕੇ ਜਿਹੜੀ ਸਿਚੁਏਸ਼ਨ ਉੱਧਰੋਂ ਵੀ ਆ, ਕਿਉਂਕਿ ਹੁਣ ਜਦੋਂ ਮਾਰਕੀਟ ਥੋੜ੍ਹੀ ਜਿਹੀ ਅਪ ਜਾਂਦੀ ਆ ਤਾਂ ਆਬਵੀਅਸਲੀ ਹਰ ਇੱਕ ਬੰਦਾ ਜਿਹੜਾ ਆ ਟਰੱਕ ਐਡ ਕਰਦਾ ਆ, ਆਪਣੇ ਚੀਜ਼ਾਂ ਐਡ ਕਰਦਾ ਆ, ਇਕੁਇਪਮੈਂਟ ਲੈਂਦਾ ਆ। ਜੀ ਸੋ ਪਰ ਕਾਰਬ ਵੱਲੋਂ ਕਲੈਰਿਟੀ ਨਾ ਦਿੱਤੇ ਜਾਣ ਕਰਕੇ ਇਹ ਜਿਹੜੀ ਸਿਚੁਏਸ਼ਨ ਇਸ ਵੇਲੇ ਕਾਫੀ ਜਿਹੜੀ ਆ ਉਹ ਡਾਇਰ ਜੀ ਬਣੀ ਹੋਈ ਆ। ਔਰ ਜੇ ਤੁਸੀਂ ਡੀਲਰਸ਼ਿਪ ਕੋ ਜਾਂਦੇ ਆ ਤੇ ਡੀਲਰਸ਼ਿਪ ਵਾਲੇ ਜਿਹੜੇ ਆ ਉਹ ਡਿਫਰੈਂਟ ਕਹਾਣੀ ਦੱਸਦੇ ਆ, ਤੁਸੀਂ ਉੱਧਰ ਜਾਂਦੇ ਆ ਤਾਂ ਉਹ ਡਿਫਰੈਂਟ ਕਹਾਣੀ। ਸੋ ਇਹ ਜਿਹੜੀ ਸਥਿਤੀ ਹੈਗੀ ਆ ਬੜੀ ਡਿਫਰੈਂਟ ਜੀ ਬਣੀ ਹੋਈ ਆ। ਇੱਕ ਤਾਂ ਵੈਸੇ ਹੀ ਮਾਰਕੀਟ ਦੇ ਵਿੱਚ ਜਿਹੜਾ ਆਪਾਂ ਨੂੰ ਪਤਾ ਹੈ ਕਿ ਜੋ ਕੁਛ ਚੱਲ ਰਿਹਾ ਹੈਗਾ, ਉਹਦੇ ਨਾਲ ਇਸ ਵੇਲੇ ਜਿਹੜੀ ਕਾਫੀ ਜਾਣੇ ਜਿਹੜੇ ਹੋਲਡ ਕਰੀ ਬੈਠੇ ਸੀਗੇ ਲਾਸਟ ਈਅਰ ਦੇ ਇਸ ਸਾਲ ਦਾ ਜਿਹੜਾ ਸੀਜ਼ਨ ਹੈਗਾ, ਉਹ ਵੀ ਕਾਫੀ ਐਂਗਜ਼ਾਈਟੀ ਹੈਗੀ ਆ ਕਿ ਕਿੱਦਾਂ ਸੀਜ਼ਨ ਚੱਲੂਗਾ, ਕਿੰਨਾ ਚੱਲੂਗਾ। ਸੋ ਓਵਰਆਲ ਜਿਹੜਾ ਇਸ ਵੇਲੇ ਸਿਚੁਏਸ਼ਨ ਹੈਗੀ ਆ ਸੌਫਟ ਸਟਾਰਟ ਹੈਗੀ ਆ, ਬਟ ਹੋਪਫੁਲੀ ਅਗਲੇ 2 ਹਫ਼ਤਿਆਂ ਦੇ ਵਿੱਚ ਆਪਾਂ ਨੂੰ ਹੋਰ ਕਲੈਰਿਟੀ ਮਿਲ ਜਾਊਗੀ। ਜੀ ਹਜੇ ਵੀ ਇੱਕ ਮੋਟਰ ਫਰੇਟ ਕਰਕੇ ਜੋ ਮੈਗਜ਼ੀਨ ਆ ਉਹ ਇਹ ਕਹਿ ਰਹੇ ਆ ਵੀ ਡਿਮਾਂਡ ਵੀਕ ਹੈਗੀ ਆ, ਤੇ ਜੋ ਲਾਈਟ ਵੋਲੀਅਮਸ ਫੋਰ ਸ਼ੈਡੋ ਕੰਟੀਨਿਊਡ ਹਨਾ, ਇਹ ਚੈਲੰਜ ਹੈਗਾ ਟਰੱਕਰਸ ਦੇ ਲਈ। ਮਿਕਸ ਬੈਗ ਹੈਗਾ ਰਾਈਟ ਨਾਓ ਟਰੱਕਰਸ ਦੇ ਲਈ। ਟਰੱਕ ਲੋਡ ਸਪੌਟ ਰੇਟ ਜੋ ਆ ਉਹ ਬਾਉਂਸ ਹੋ ਰਹੇ ਹੈਗੇ ਆ ਬਾਟਮ ਤੋਂ, ਪਰ ਓਵਰਆਲ ਜਿਹੜੀ ਸਿਚੁਏਸ਼ਨ ਆ ਹਜੇ ਇੰਨੀ ਜ਼ਿਆਦਾ ਇੰਪਰੂਵ ਨਹੀਂ ਹੋਈ ਹੈਗੀ। ਯੈਲੋ ਬੈਂਕਰਪਸੀ ਨੇ ਕਹਿੰਦੇ LTL ਮਾਰਕੀਟ ਨੂੰ ਬੂਸਟ ਕੀਤਾ ਹੈਗਾ ਆ, ਤੇ ਜਿਹੜਾ ਪਿਛਲੇ ਸਾਲ ਦਾ ਫਰੇਟ ਦਾ ਸੈਸ਼ਨ ਆ ਉਹ ਹਜੇ ਤੱਕ ਵੀ ਲੰਮਾ ਹੁੰਦਾ ਜਾ ਰਿਹਾ ਹੈਗਾ। ਯੈਲੋ ਵਾਲਿਆਂ ਨੇ 700 ਮਿਲੀਅਨ ਤੋਂ ਵੱਧ ਜਿਹੜਾ ਉਹਨਾਂ ਦਾ SBA ਦਾ ਲੋਨ ਸੀ ਉਹ ਵਾਪਸ ਕਰ ਦਿੱਤਾ, ਜਿਹੜਾ ਉਹਨਾਂ ਨੇ ਕੋਵਿਡ ਦੇ ਦੌਰਾਨ ਲਿਆ ਹੋਇਆ ਸੀਗਾ। ਜੀ ਸੋ ਬਿਲਕੁਲ। ਸੋ ਇਹ ਜਿਹੜੀ ਸਿਚੁਏਸ਼ਨ ਆ ਹੋਪਫੁਲੀ ਜਿਹੜੀ ਮਾਰਕੀਟ ਆ ਹੁਣ ਹੌਲੀ ਹੌਲੀ ਰਿਕਵਰ ਕਰਨੀ ਸ਼ੁਰੂ ਕਰੇ। ਇਸ ਵਾਰ ਜੇ ਮੀਂਹ ਥੋੜ੍ਹੇ ਠੀਕ ਰਹਿੰਦੇ ਆ, ਚਲੋ ਪੈ ਹਟੇ ਆ ਕਾਫੀ ਉੱਦਾਂ, ਅਤੇ ਜਿਹੜਾ ਪ੍ਰੋਡਿਊਸ ਮਾਰਕੀਟ ਆ ਜੇ ਉਹ ਵੀ ਵਧੀਆ ਚੱਲਦੀ ਆ ਉਹਦੇ ਨਾਲ ਵੀ ਡਿਮਾਂਡ ਵੱਧਦੀ ਆ। ਪਿਛਲੇ ਸਾਲ ਮੀਂਹ ਪੈਣ ਕਰਕੇ ਵੈਦਰ ਦੇ ਕਰਕੇ ਵੀ ਬਹੁਤ ਜਿਹੜੀ ਦਿੱਕਤ ਆ ਉਹ ਰਹੀ ਸੀ। ਉਹ ਮਾਰਕੀਟ ਪਹਿਲਾਂ ਹੀ ਜਿਹੜੀ ਡਾਊਨ ਚੱਲ ਰਹੀ ਸੀ, ਉੱਤੋਂ ਇਹਨੇ ਮੀਂਹਾਂ ਨੇ ਕੰਮ ਜਿਹੜਾ ਉਹ ਖਰਾਬ ਕਰਤਾ ਸੀਗਾ। ਸੋ ਹੋਪਫੁਲੀ ਇਸ ਵਾਰ ਥੋੜਾ ਬੈਟਰ ਜਿਹੜਾ ਉਹ ਰਵੇ। ਤੇ ਜੀ ਹਰਜੋਤ ਜੀ, ਜਿਹੜੇ ਟਰੱਕਿੰਗ ਆਪਰੇਟਰਸ ਹੈਗੇ ਦੋਨੋਂ ਹੀ ਬੋਥ ਕਹਿੰਦੇ ਟਰੱਕ ਲੋਡ ਤੇ ਲੈਸ ਦੈਨ ਟਰੱਕ ਲੋਡ, ਉਹ ਜਿਹੜਾ ਫਰੇਟ ਦਾ ਸੈਸ਼ਨ ਪਿਛਲੇ ਸਾਲ ਦਾ ਚੱਲ ਰਿਹਾ ਉਹ ਉਦਾਂ ਹੀ ਆ, ਡਿਕਲਾਈਨ ਆ ਹਜੇ ਬਹੁਤ ਘੱਟ ਆ ਸ਼ਿਪਮੈਂਟ ਵੋਲੀਅਮ ਸਪੈਂਡਿੰਗ ਦੇ ਵਿੱਚ। ਜਿਹੜਾ US ਦਾ ਬੈਂਕ ਫਰੇਟ ਪੇਮੈਂਟ ਇੰਡੈਕਸ ਆ ਚੌਥੇ ਕੁਆਰਟਰ ਦਾ, ਉਹਦੇ ਵਿੱਚ 2023 ਜਿਹੜਾ ਸ਼ਿਪਮੈਂਟ ਵੋਲੀਅਮ ਆ 15.7% ਡਾਊਨ ਆ ਪਿਛਲੇ ਸਾਲ ਨਾਲੋਂ। ਸੋ 2023 ਦਾ ਜਿਹੜਾ ਲਾਸਟ ਕੁਆਰਟਰ ਆ ਉਹਦੇ ਵਿੱਚ 15.7% ਡਾਊਨ ਆ ਲਾਸਟ ਕੁਆਰਟਰ 2022 ਨਾਲੋਂ। ਤੇ ਇਸੇ ਤਰ੍ਹਾਂ ਜਿਹੜੀ ਫਰੇਟ ਸਰਵਿਸਿਜ਼ ਦੇ ਉੱਤੇ ਸਪੈਂਡਿੰਗ ਹੈਗੀ ਆ ਬਾਈ ਸ਼ਿਪਰਸ, ਉਹ ਵੀ 13.5% ਦੇ ਕਰੀਬ ਜਿਹੜੀ ਆ ਡਾਊਨ ਹੋਈ ਆ। ਕਹਿੰਦੇ ਲਾਰਜੈਸਟ ਡ੍ਰੌਪ ਆ ਇਹ ਇੰਡੈਕਸ ਦੀ ਹਿਸਟਰੀ ਦੇ ਵਿੱਚ। ਸੋ ਇਹਦੇ ਬਾਰੇ ਤੁਸੀਂ ਸਿੰਪਲ ਲੈਂਗੁਏਜ ਸਮਝਾਓ ਮਾੜਾ ਜਿਹਾ ਰਮਨ ਜੀ, ਇਹਦਾ ਮਤਲਬ ਕੀ ਆ?
ਬੇਸਿਕਲੀ ਸਾਰਾ ਹੈਗਾ ਕਿ ਓਵਰਆਲ ਡਿਮਾਂਡ ਜਿਹੜੀ ਆ, ਕਿਉਂਕਿ ਇੱਕ ਜਿਹੜੀ ਆਪਣੇ ਕੋਵਿਡ ਕਰਕੇ ਡਿਮਾਂਡ ਵਧੀ ਸੀਗੀ, ਓਵਰਆਲ ਡਿਮਾਂਡ ਜਿਹੜੀ ਆ ਘਟੀ ਹੈਗੀ ਆ। ਰੇਟ ਜਿਹੜਾ ਹੈਗਾ ਆ ਉਹਦੀ ਕਿਉਂਕਿ ਆਪਾਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਹੈਗਾ ਕਿ ਆਪਣੀ ਜਿਹੜੀ ਇਨਫਲੇਸ਼ਨ ਹੈਗੀ ਆ ਬਹੁਤ ਜ਼ਿਆਦਾ ਵਧੀ ਹੈਗੀ ਆ। ਸੋ ਉਹਦੇ ਕਰਕੇ ਹਰ ਇੱਕ ਬੰਦਾ ਜਿਹੜਾ ਆ ਉਹ ਕਿਤੇ ਨਾ ਕਿਤੇ ਆਪਣਾ ਕੋਈ ਪਰਚੇਸਿੰਗ ਕੋਈ ਵੀ ਚੀਜ਼ ਆ ਉਹ ਘਟਾ ਰਿਹਾ ਹੈਗਾ। everyone is trying to save, ਹੈ ਨਾ, ਵੀ ਜਿੱਥੇ ਵੀ ਸੇਵ ਕਰ ਸਕਦੇ ਆ। ਤੇ ਦੂਸਰੀ ਗੱਲ ਆ ਕਿ ਜਿਹੜੀਆਂ ਇਸ ਵੇਲੇ ਹੁਣ ਜਿੱਦਾਂ ਕੱਲ ਵੀ ਆਪਣਾ ਉਧਰ ਰੈਡ ਸੀ ਦੇ ਵਿੱਚ ਜਿਹੜਾ ਉਧਰ ਗਲਫ ਏਡਨ ਦੇ ਵਿੱਚ ਜਹਾਜ਼ ਦੇ ਉੱਤੇ ਹਮਲਾ ਹੋਇਆ, 3 ਜਿਹੜੇ ਮਾਰੇ ਗਏ ਹਾਊਥੀਜ਼ ਦੇ ਬੰਦੇ ਜਿਹੜੇ ਆ ਜਿਹੜਾ ਹੋਇਆ। ਸੋ ਉੱਥੋਂ ਹੁਣ ਇਹਦੇ ਕਰਕੇ ਜਿਹੜੀ ਆ ਕਿ ਜਿਹੜੇ ਸ਼ਿਪਿੰਗ ਲਾਈਨਸ ਆ ਉਹਨਾਂ ਦੇ ਵਿੱਚ ਵੀ ਡਰ ਆ, ਔਰ ਜਿਹੜਾ ਪ੍ਰੋਡਕਟ ਹੈਗਾ ਆ ਉਹ ਮੂਵਮੈਂਟ ਜਿਹੜੀ ਆ ਉਹ ਡਿਸਟਰਬ ਹੋ ਰਹੀ ਆ। ਸੋ ਕਈ ਚੀਜ਼ਾਂ ਹੈਗੀਆਂ, ਕਈ ਫੈਕਟਰ ਹੈਗੇ ਆ, ਔਰ ਇਹਨਾਂ ਚੀਜ਼ਾਂ ਕਰਕੇ ਇਹ ਜਿੱਦਾਂ ਹੁਣ ਜੇ ਇੰਟਰਸਟ ਰੇਟ ਵੀ ਇਸ ਵੇਲੇ ਥੱਲੇ ਜਾਂਦਾ ਜਾਂ ਥੱਲੇ ਕਰਦੇ ਆ ਤੇ ਉਹਦੇ ਨਾਲ ਥੋੜੀ ਮੂਵਮੈਂਟ ਸ਼ੁਰੂ ਹੋ ਸਕਦੀ ਆ। ਸੋ ਵਿਚ ਇਜ਼ ਐਕਸਪੈਕਟਡ ਆ ਕਿ ਇਸ ਸਾਲ ਕਿਉਂਕਿ ਇਲੈਕਸ਼ਨ ਈਅਰ ਹੈਗਾ, ਇਸ ਕਰਕੇ ਇੰਟਰਸਟ ਰੇਟ ਜਿਹੜੇ ਆ ਡੈਫੀਨੇਟਲੀ ਡ੍ਰੌਪ ਕਰਨੇ ਪੈਣਗੇ ਟੂ ਕਿਕ ਸਟਾਰਟ ਦਾ ਇਕਾਨਮੀ। ਉਹ ਕਿਕ ਸਟਾਰਟ ਤਾਂ ਨਹੀਂ ਹੁੰਦਾ, ਇੱਕ ਜਿੱਦਾਂ ਤੁਸੀਂ ਥੋੜਾ ਜਿਹਾ ਇੱਕ ਆਪਾਂ ਸ਼ਾਰਟ ਲਾ ਦਿੰਦੇ ਆ ਤੇ ਬੰਦੇ ਨੂੰ ਬੰਦਾ ਮਾੜਾ ਜਿਹਾ ਤੁਰ ਪੈਂਦਾ, ਉਹੋ ਜਿਹੀ ਚੀਜ਼ ਮੰਨੀ ਜਾ ਰਹੀ ਆ। ਪਰ ਰਿਐਲਿਟੀ ਦੇ ਵਿੱਚ ਜੋ ਅੱਜ ਹੈਗਾ ਆ ਉਹ ਹੈਗਾ। ਇਸ ਕਰਕੇ ਜਿਹੜਾ ਓਵਰਆਲ ਡਿਮਾਂਡ ਆ ਨਾ ਉਹਦੇ ਮੂਵ ਹੋਣ ਕਰਕੇ ਹਰ ਇੱਕ ਚੀਜ਼ ਜਿਹੜੀ ਆ ਉਹ ਡਾਊਨ ਵਾਲ ਪਾਸੇ ਹੈਗੀ ਆ। ਔਰ ਜਿਹੜਾ ਫਰੇਟ ਹੈਗਾ ਆ ਉਹ ਆਬਵੀਅਸਲੀ ਡਿਮਾਂਡ ਦੇ ਉੱਤੇ ਡਿਪੈਂਡ ਕਰਦਾ ਹੈ। ਕਪੈਸਿਟੀ ਸਟਿਲ ਅਜੇ ਹਾਈ ਸਾਈਡ ਤੇ ਹੈਗੀ ਆ। ਡਜ਼ਨਟ ਮੈਟਰ ਕੈਰੀਅਰ ਆ, ਡਜ਼ਨਟ ਮੈਟਰ ਬ੍ਰੋਕਰ ਆ। ਜਿੱਦਾਂ ਕਿ ਅਸੀਂ ਪਿਛਲੇ ਆਪਾਂ ਪ੍ਰੋਗਰਾਮ 'ਚ ਵੀ ਦੱਸਿਆ ਸੀਗਾ ਕਿ ਜਿੰਨੇ ਆਪਣੇ ਕੈਰੀਅਰਸ ਵਧੇ ਹੈਗੇ ਆ ਉਹਦੇ ਨਾਲੋਂ ਬ੍ਰੋਕਰਸ ਵੀ ਬਹੁਤ ਵਧੇ ਹੈਗੇ ਆ। ਸੋ ਬ੍ਰੋਕਰ ਦੇ ਵਿੱਚ ਵੀ ਆਪਸ ਦੇ ਵਿੱਚ ਸ਼ਿਪਰ ਕੋਲੋਂ ਲੋਡ ਲੈਣ ਦੇ ਲਈ ਬ੍ਰੋਕਰ ਦੇ ਵਿੱਚ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ। ਉਸ ਤੋਂ ਬਾਅਦ ਫਿਰ ਨੈਕਸਟ ਕੰਪੀਟੀਸ਼ਨ ਕੈਰੀਅਰ ਦੇ ਵਿੱਚ ਚਲਾ ਜਾਂਦਾ। ਸੋ ਇਸ ਕਰਕੇ ਇਹ ਜਿਹੜਾ ਡਬਲ ਕੰਪੀਟੀਸ਼ਨ ਚੱਲ ਰਿਹਾ ਹੈਗਾ ਉਹਦੇ ਨਾਲ ਜਿਹੜੇ ਫਰੇਟ ਰੇਟਸ ਹੈਗੇ ਆ ਉਹ ਉੱਠ ਨਹੀਂ ਪਾ ਰਹੇ ਹੈਗੇ। ਕਿਤੇ ਨਾ ਕਿਤੇ ਲੱਗ ਰਿਹਾ ਹੈਗਾ ਕਿ ਸ਼ਾਇਦ ਜਿਹੜਾ ਡੀਜ਼ਲ ਦੀ ਪ੍ਰਾਈਸਿਸ ਦੇ ਵਿੱਚ ਵਾਧਾ ਹੋਣਾ ਮਾੜਾ ਮੋਟਾ ਸ਼ੁਰੂ ਹੋਇਆ ਲੱਗਦਾ ਹੈਗਾ, ਔਰ ਉਹ ਵੀ ਜਿਹੜਾ ਆ ਉਹ ਵੀ ਬੜੀ ਪ੍ਰੋਬਲਮ ਹੈਗੀ ਆ। ਕਿਉਂਕਿ ਜੇ ਡੀਜ਼ਲ ਦੀਆਂ ਪ੍ਰਾਈਸਿਸ ਉੱਪਰ ਚਲੇ ਜਾਂਦੀਆਂ ਤੇ ਤੁਹਾਡਾ ਜਿਹੜਾ ਬਾਟਮ ਲਾਈਨ ਹੈਗੀ ਆ ਉਹ ਬਿਲਕੁਲ ਹੀ ਐਲੀਮੀਨੇਟ ਹੋ ਸਕਦੀ ਆ। ਸੋ ਉਹਦੇ ਕਰਕੇ ਥੋੜੀ ਜਿਹੀ ਸਿਚੁਏਸ਼ਨ ਖਰਾਬ ਹੋ ਸਕਦੀ ਆ। ਪਰ ਓਵਰਆਲ ਜਿਹੜੀ ਅਜੇ ਸਲੋ ਸਟਾਰਟ ਆ। ਬਾਕੀ ਲੈਟਸ ਸੀ ਕੀ ਹੁੰਦਾ ਜੀ। ਸੋ ਸਰੋਤੋ ਤੁਸੀਂ ਵੀ ਕਾਲ ਕਰਕੇ 408 272 5200 ਤੇ ਆਪਣੇ ਜਿਹੜੇ ਵਿਚਾਰ ਦੇ ਸਕਦੇ ਆ। ਹੁਣ ਪਹਿਲਾ ਕੁਆਟਰ ਜਿਹੜਾ ਆ 2024 ਦਾ ਬਸ ਖਤਮ ਹੋ ਜਾਣਾ ਆ ਤੇ ਮਾਰਚ ਦੇ ਐਂਡ ਤੱਕ ਆਲਰੇਡੀ ਮਾਰਚ 7 ਹੋ ਗਈ ਆ। ਤੇ ਪਹਿਲੇ ਕੁਆਟਰ 'ਚ ਵੀ ਜਿਹੜਾ ਬਿਜ਼ਨਸ ਦਾ ਵੋਲੀਅਮ ਆ ਟਰੱਕਿੰਗ 'ਚ ਬਹੁਤ ਵੀਕ ਰਿਹਾ ਹੈਗਾ। ਇਹਦਾ ਕਾਰਨ ਇੱਕ ਤਾਂ ਵੈਦਰ ਵੀ ਬੜਾ ਖਰਾਬ ਰਿਹਾ ਹੈਗਾ। ਦੂਜਾ ਕਹਿੰਦੇ ਜਿਹੜੇ ਟ੍ਰੈਡੀਸ਼ਨਲ ਚਾਈਨੀਜ਼ ਨਿਊ ਈਅਰ ਆ ਉਹ ਵੀ ਬੜਾ ਡਾਊਨ ਰਿਹਾ ਹੈਗਾ, ਜਿਹੜਾ ਇਸ ਦੇ ਦੌਰਾਨ ਬਹੁਤ ਸਾਰੀ ਸ਼ਿਪਮੈਂਟ ਜਿਹੜੀ ਆਉਂਦੀ ਹੈਗੀ ਆ। ਤੇ ਤੀਸਰਾ ਜਿਹੜਾ ਜਿਹੜੇ ਬਿਜ਼ਨਸਸ ਆ ਉਹਨਾਂ ਦੇ ਕੋਲ ਇਨਵੈਂਟੋਰੀ ਬਹੁਤ ਜ਼ਿਆਦਾ ਆ, ਐਕਸੈਸ ਇਨਵੈਂਟੋਰੀ ਆ, ਉਹਨੂੰ ਵੀ ਉਹ ਜਿਹੜੇ ਆ ਕੱਢ ਰਹੇ ਹੈਗੇ ਆ। ਕਿਉਂਕਿ ਕਰੋਨਾ ਦੇ ਦੌਰਾਨ ਇਨਵੈਂਟੋਰੀ ਬਹੁਤ ਜ਼ਿਆਦਾ ਵਧੀ ਹੈਗੀ ਆ। ਐਵਰੀ ਵਾਈਸ ਕਰਕੇ ਵਾਈਸ ਪ੍ਰੈਜ਼ੀਡੈਂਟ ਹੈ FTR ਟਰਾਂਸਪੋਰਟੇਸ਼ਨ ਇੰਟੈਲੀਜੈਂਸ ਦੇ, ਉਹਨਾਂ ਨੇ ਕਿਹਾ ਇਹ ਸੌਫਟ ਆ ਬਹੁਤ। ਤੇ ਇੱਕ ਇਹ ਵੀ ਦੱਸਦੇ ਜਾ ਰਹੇ ਆ ਵੀ ਇਸ ਵਾਰ ਬਹੁਤ ਵੱਡੇ ਨੰਬਰ ਜਿਹੜੇ ਸਮਾਲ ਕੈਰੀਅਰਸ ਦੇ ਆ, ਜਿਹੜੇ 1 ਤੋਂ ਲੈ ਕੇ 5 ਟਰੱਕ ਆ, ਉਹ ਮਾਰਕੀਟ ਤੋਂ ਬਾਹਰ ਚਲੇ ਗਏ ਹੈਗੇ ਆ। ਤੇ ਉਹਨਾਂ ਨੇ ਕੋਈ ਹੋਰ ਬਿਜ਼ਨਸ ਜਾਂ ਹੋਰ ਇੰਡਸਟਰੀ ਦੇ ਵਿੱਚ ਕੰਮ ਕਰ ਲਿਆ ਆ। ਆਪਾਂ ਵੀ ਦੇਖਦੇ ਆ ਬਹੁਤ ਸਾਰੇ ਟਰੱਕਰਸ, ਮੈਂ ਦੇਖਦਾ ਅੱਜ ਕੱਲ੍ਹ ਪੀਜੇ ਰੈਸਟੋਰੈਂਟ ਬਹੁਤ ਖਰੀਦ ਰਹੇ ਹੈਗੇ ਆ, ਪੰਜਾਬੀਆਂ ਦੀ ਮੈਂ ਗੱਲ ਕਰਦਾ। ਤੇ 2023 ਦੇ ਅਖੀਰ ਤੱਕ ਜੇ ਓਵਰਆਲ ਦੇਖਿਆ ਜਾਵੇ ਜਿਹੜੀਆਂ ਆਪਰੇਟਿੰਗ ਅਥਾਰਟੀਜ਼ ਆ ਉਹ 1 ਲੱਖ ਜ਼ਿਆਦੇ ਆ ਕਰੋਨਾ ਦੇ ਟਾਈਮ ਤੋਂ ਪਹਿਲਾਂ ਦੇ ਨਾਲ ਜੇ ਕੰਪੇਅਰ ਕਰਦੇ ਜਾਈਏ। ਹਜੇ ਵੀ 1 ਲੱਖ ਆਪਰੇਟਿੰਗ ਅਥਾਰਟੀਜ਼ ਜ਼ਿਆਦੇ ਆ 2020 ਦੇ ਹਿਸਾਬ ਨਾਲ ਜੇ ਹੁਣ ਦੇਖਿਆ ਜਾਵੇ। ਜੀ ਬਿਲਕੁਲ। ਆਪਣੇ ਜਿਹੜੇ ਕਲਾਸ 8 ਵਹੀਕਲ ਹੈਗੇ ਆ ਉਹਨਾਂ ਦੀ ਸੀਜ਼ਨਲੀ ਫੈਬਰਰੀ ਦੇ ਵਿੱਚ 9% ਡਾਊਨ ਹੈਗੇ ਆ। ਤੇ ਉਹ ਵੀ ਜਿਹੜੀ ਚੀਜ਼ ਹੈਗੀ ਆ ਕਿ ਜਿਹੜੇ ਸੀ ਟਰੱਕ ਹੈਗੇ ਕਲਾਸ 8 ਟਰੱਕ ਹੈਗੇ ਆ ਉਹਨਾਂ ਦੀ ਪ੍ਰੋਡਕਸ਼ਨ ਜਾਂ ਉਹਨਾਂ ਦੀ ਜਿਹੜੀ ਵਿਕਰੀ ਆ ਉਹ ਵੀ ਘੱਟ ਹੈਗੀ ਆ। ਸੋ ਇਹ ਵੀ ਇੱਕ ਚੈਲੰਜ ਹੈਗਾ। ਹਰ ਇੱਕ ਚੀਜ਼ ਹਰ ਇੱਕ ਪਾਸੇ ਜਿਹੜੀ ਡਿਮਾਂਡ ਆ
ਉਹ ਘੱਟ ਹੈਗੀ ਆ, ਕਿਉਂਕਿ ਜੇ ਲੋਡ ਹੋਣਗੇ, ਰੇਟਸ ਹੋਣਗੇ, ਤਾਂ ਹੀ ਨਵਾਂ ਟਰੱਕ ਕੋਈ ਲਊਗਾ, ਨਾ ਤਾਂ ਹੀ ਅੱਗੇ ਕੋਈ ਐਡ ਅਪ ਕਰੂਗਾ। ਸੋ ਸਾਰੇ ਪਾਸੇ ਹੀ ਮੰਦਾ ਹੈਗਾ। ਜੀ, ਜੀ। ਕੁਝ ਕਾਲਰ ਵੀ ਜੁੜ ਰਹੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਆ। ਨੰਬਰ 408-272-5200 4082725200। ਇੱਕ ਕਹਿ ਸਕਦੇ ਹਾਂ ਵੀ ਗੁੱਡ ਨਿਊਜ਼ ਵੀ ਆ, ਜਿਹੜੀ SAIA, ਹੁਣ ਮੈਨੂੰ ਪਤਾ ਨਹੀਂ ਨਾਂ ਕਿੱਦਾਂ ਬੋਲਦੇ, ਇਹਦੇ ਕਾਫੀ ਟਰੱਕ ਅਕਸਰ ਰੋਡ ਦੇ ਉੱਤੇ ਦਿਸਦੇ ਰਹਿੰਦੇ ਆ। ਇਹਨਾਂ ਨੇ ਕਿਹਾ ਵੀ ਈਅਰ ਟੂ ਈਅਰ 11% ਵਾਧਾ ਹੋਇਆ ਟਨੇਜ ਦੇ ਵਿੱਚ, ਯਾਨੀ ਕਿ ਜ਼ਿਆਦਾ ਮਾਲ ਉਹਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਢੋਇਆ ਆ। 19% ਜੰਪ ਹੋਇਆ ਉਹਨਾਂ ਦੀਆਂ ਸ਼ਿਪਮੈਂਟ ਦੇ ਵਿੱਚ, ਤੇ ਇਹ ਜਿਹੜਾ ਉੱਦਾਂ ਘਟਿਆ ਸੀਗਾ ਪਹਿਲਾਂ, ਉਹਦੇ ਵਿੱਚ ਥੋੜ੍ਹੀ ਐਕਸਲਰੇਸ਼ਨ ਇਹਨਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲੀ ਆ। ਸੋ ਹੋਪਫੁਲੀ ਇਹ ਜਿਹੜਾ ਟ੍ਰੈਂਡ ਆ ਆਪਾਂ ਨੂੰ ਹੌਲੀ ਹੌਲੀ ਬਾਕੀ ਕੰਪਨੀਜ਼ ਦੇ ਵਿੱਚ ਵੀ ਦੇਖਣ ਨੂੰ ਜਿਹੜਾ ਉਹ ਮਿਲੇ। ਇਹ ਆ ਵੀ ਜਿਹੜੇ ਸਰਵਾਈਵ ਕਰ ਰਹੇ ਆ, ਜਿਹੜੇ ਮੌਕੇ ਦੇ ਹਿਸਾਬ ਦੇ ਨਾਲ ਚੱਲ ਰਹੇ ਆ, ਦੇਖ ਰਹੇ ਆ ਵੀ ਕਿੱਥੇ ਕਾਸਟ ਕਟਿੰਗ ਕੀਤੀ ਜਾ ਸਕਦੀ ਆ, ਉਹ ਕਰਕੇ ਸਿਆਣਪ ਦੇ ਨਾਲ ਜੇ ਉਹ ਚੱਲ ਰਹੇ ਆ ਤਾਂ ਉਹਨਾਂ ਦਾ ਇਵੈਂਚੁਅਲੀ ਫਾਇਦਾ ਹੁੰਦਾ ਆ। ਰਮਨ ਜੀ, ਹਰਜੋਤ ਜੀ, ਆਪਾਂ ਅਕਸਰ ਇਹ ਦੇਖਦੇ ਹਾਂ ਵੀ ਜਦੋਂ ਕਿਤੇ ਗਿਰਾਵਟ ਤੋਂ ਬਾਅਦ ਦੇ ਵਿੱਚ ਥੱਲੇ ਆ ਕੇ ਜਦੋਂ ਤਾਂ ਨੂੰ ਚੜ੍ਹਦੇ ਆ, ਜਿਹੜੇ ਲੋਕ ਉਸ ਟਾਈਮ ਉਸ ਮਾਰਕੀਟ ਦੇ ਵਿੱਚ ਸਰਵਾਈਵ ਕਰ ਗਏ ਹੁੰਦੇ ਆ ਮਾੜੇ ਟਾਈਮ ਨੂੰ, ਤਾਂ ਉਹਨਾਂ ਦੇ ਕੋਲ ਚਾਂਸ ਬਹੁਤ ਸੋਹਣਾ ਜਿਹੜਾ ਉਹ ਬਣਦਾ ਆ। ਸੋ ਉਹਦੇ ਲਈ ਵੀ ਤਿਆਰੀ ਕੱਸ ਕੇ ਰੱਖਣੀ ਚਾਹੀਦੀ ਹੈ ਰਮਨ ਜੀ। ਜੀ ਬਿਲਕੁਲ ਜੀ, ਮਤਲਬ ਕਿ ਦੇਖੋ, ਇਸ ਵੇਲੇ ਤਾਂ ਸਾਰਿਆਂ ਨੂੰ ਚਾਹੀਦੀ ਆ ਕਿ ਕਾਸਟ ਕਟਿੰਗ ਤੁਸੀਂ ਕਿਵੇਂ ਕਰ ਰਹੇ ਹੈਗੇ ਆ, ਕਿਹੜੀਆਂ ਚੀਜ਼ਾਂ ਦੀ ਕਾਸਟ ਕਟਿੰਗ ਕਰ ਰਹੇ ਆ, ਕੀ ਤੁਸੀਂ ਡਰੈਸਟਿਕਲੀ ਆਪਣੀਆਂ ਰਿਕੁਆਇਰਡ ਜਿਹੜੀਆਂ ਚੀਜ਼ਾਂ ਹੈਗਾ ਉਹਨਾਂ ਦੀ ਕਾਸਟ ਕਟਿੰਗ ਕਰ ਰਹੇ ਹੈਗੇ ਆ, ਕੀ ਤੁਸੀਂ ਆਪਣੀਆਂ ਜਿਹੜੀਆਂ ਲਗਜ਼ਰੀ ਆਈਟਮ ਆ ਉਹ ਕਾਸਟ ਕਟਿੰਗ ਕਰ ਰਹੇ ਹੈਗੇ ਆ। ਜੇ ਤੁਸੀਂ ਆਪਣੀ ਕੰਪਲਾਇੰਸ ਦੇ ਉੱਤੇ ਕਾਸਟ ਕਟਿੰਗ ਕਰ ਰਹੇ ਹੈਗੇ ਆ, ਜਾਂ ਤੁਸੀਂ ਜਿਹੜੀਆਂ ਬਹੁਤ ਰਿਕੁਆਇਰਡ ਚੀਜ਼ਾਂ ਹੈਗੀਆਂ ਉਹਨਾਂ ਦੇ ਕਾਸਟ ਕਟਿੰਗ ਕਰ ਰਹੇ ਆ, ਤੇ ਜਿੱਦਣ ਇਹ ਚੀਜ਼ ਦੁਬਾਰਾ ਕਿਕ ਸਟਾਰਟ ਹੋਣੀ ਆ, ਉਧਰ ਯੂ ਵਿਲ ਬੀ ਬਿਹਾਈਂਡ, ਕਿਉਂਕਿ ਤੁਸੀਂ ਉਹ ਚੀਜ਼ਾਂ ਫਿਰ ਮੁੜ ਕੇ ਮੈਨੇਜ ਨਹੀਂ ਕਰ ਸਕਦੇ ਹੈਗੇ, ਉਹ ਚੀਜ਼ਾਂ ਵਾਪਸ ਨਹੀਂ ਲਿਆ ਸਕਦੇ ਹੈਗੇ। ਜੇ ਤੁਸੀਂ ਆਪਣੀ ਕੰਪਨੀ ਜਿਹੜੀ ਆ, ਮੈਂ ਮੇਰੇ ਖਿਆਲ ਪਿਛਲੇ ਸਾਲ 1.5 ਸਾਲ ਪਹਿਲਾਂ ਦੀ ਗੱਲ ਆ, ਜਦੋਂ ਸਲੋ ਡਾਊਨ ਸ਼ੁਰੂ ਹੋਇਆ ਸੀਗਾ, ਉਦੋਂ ਇੱਕ ਗੱਲ ਕੀਤੀ ਸੀਗੀ ਕਿ ਇਸ ਵੇਲੇ ਦਿਸ ਇਜ਼ ਦਾ ਟਾਈਮ ਟੂ ਕਲੀਨ ਅਪ, ਠੀਕ ਹੈ ਨਾ। ਦਿਸ ਇਜ਼ ਦਾ ਟਾਈਮ ਕਿ ਜੇ ਤੁਹਾਡੇ ਕੋਲ ਡਰਾਈਵਰ ਕੋਈ ਉਸ ਤਰ੍ਹਾਂ ਦੇ ਹੈਗੇ ਆ ਜਿਹੜੇ ਤੁਹਾਨੂੰ ਨਹੀਂ ਲੱਗਦਾ ਕਿ ਠੀਕ ਹੈਗੇ ਆ, ਯੂ ਕੈਨ ਚੇਂਜ ਦੈਮ। ਜੇ ਤੁਹਾਡੇ ਕੋਲ ਜੇ ਡਰਾਈਵਰ ਹੈਗੇ ਆ, ਉਹਨਾਂ ਨੂੰ ਲੱਗਦਾ ਕਿ ਕੰਪਨੀ ਮੇਰੀ ਮਾੜੀ ਹੈਗੀ। ਹੁਣ ਸਾਨੂੰ ਕਈ ਵਾਰੀ ਸਵਾਲ ਆਉਂਦੇ ਆ ਕਿ ਕੀ ਕੰਪਨੀਆਂ ਜਿਹੜੀਆਂ ਆ ਉਹ ਇੱਕ ਟ੍ਰਿਪ ਦਾ ਚੈੱਕ ਥੱਲੇ ਰੱਖ ਕੇ ਇੱਦਾਂ ਕਰ ਸਕਦੀਆਂ ਹੈਗੀਆਂ? ਨਹੀਂ, ਕਿਉਂਕਿ ਜੇ ਤੁਸੀਂ ਐਜ਼ ਅ ਡਰਾਈਵਰ W2 ਕੰਮ ਕਰਦੇ ਹੈਗੇ ਆ, ਦੈਨ ਯੂ ਡੋਂਟ, ਦੇ ਕੈਨ ਨਾਟ ਡੂ ਦੈਟ, ਠੀਕ ਆ। 1099 ਆਈ ਕੈਨ ਨਾਟ ਸੇ ਐਨੀਥਿੰਗ, ਕਿਉਂਕਿ 1099 ਤੇ ਤੁਸੀਂ ਕੰਮ ਨਹੀਂ ਕਰ ਸਕਦੇ ਹੈਗੇ। ਸੋ ਇਹ ਚੀਜ਼ਾਂ ਦੇ ਵਿੱਚ ਤੁਸੀਂ ਕਲੀਨ ਅਪ ਕਰ ਸਕਦੇ ਆ। ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਕੰਪਨੀ ਤੁਹਾਡੇ ਨਾਲ ਧੱਕਾ ਕਰ ਰਹੀ ਆ, ਗੋ ਲੁੱਕ ਫॉर ਅਨਦਰ ਕੰਪਨੀ, ਠੀਕ ਹੈ ਨਾ, ਜਿਹੜੀ ਤੁਹਾਨੂੰ ਸਹੀ ਢੰਗ ਨਾਲ ਟ੍ਰੀਟ ਕਰਦੀ ਆ। ਜੇ ਕੰਪਨੀ ਨੂੰ ਡਰਾਈਵਰ ਲੱਗ ਰਿਹਾ ਕਿ ਡਰਾਈਵਰ ਨਹੀਂ ਠੀਕ ਹੈਗਾ, ਉਹ ਦੇ ਕੈਨ ਚੇਂਜ ਦ ਡਰਾਈਵਰ, ਬਿਕਾਜ਼ ਦਿਸ ਇਜ਼ ਦ ਟਾਈਮ। ਤੁਹਾਡੇ ਕੋਲ ਅਵੇਲੇਬਿਲਿਟੀ ਬਹੁਤ ਜ਼ਿਆਦਾ ਹੈਗੀ ਹਰ ਇੱਕ ਚੀਜ਼ ਦੀ, ਠੀਕ ਹੈ ਨਾ। ਸੋ ਇਸ ਕਰਕੇ ਇਹ ਜਿਹੜਾ ਟਾਈਮ ਹੈਗਾ, ਇਟਸ ਅ ਗੁੱਡ ਟਾਈਮ ਟੂ ਕਲੀਨ ਅਪ, ਇਟਸ ਅ ਗੁੱਡ ਟਾਈਮ ਟੂ ਇਨਵੈਸਟ ਤੁਹਾਡੇ ਕੰਪਲਾਇੰਸ ਦੇ ਵਿੱਚ, ਤੁਹਾਡੇ ਇੰਟਰਨਲੀ ਕੰਪਨੀ ਦੇ ਵਿੱਚ। ਜੇ ਤੁਸੀਂ ਅੱਜ ਉਹਦੇ ਲਈ ਰੈਡੀ ਨਹੀਂ ਹੈਗੇ, ਇੰਟਰਨਲੀ ਤੁਹਾਡੀ ਕੰਪਨੀ ਕਮਜ਼ੋਰ ਹੋ ਰਹੀ ਹੈ ਬਿਕਾਜ਼ ਕਾਸਟ ਕਟਿੰਗ ਕਰ ਰਹੇ ਆ ਤੁਸੀਂ, ਤੇ ਕਾਸਟ ਕਟਿੰਗ ਦੇ ਵਿੱਚ ਤੁਸੀਂ ਇੰਪੋਰਟੈਂਟ ਚੀਜ਼ਾਂ ਦੀ ਕਾਸਟ ਕਟਿੰਗ ਕਰ ਰਹੇ ਆ, ਤੇ ਕੱਲ ਨੂੰ ਜਦੋਂ ਫਿਰ ਇਹ ਅਪਟਿਕ ਆਉਣੀ ਆ, ਦੈਨ ਯੂ ਵਿਲ ਬੀ ਲੈਫਟ ਬਿਹਾਈਂਡ। ਤਾਂ ਫਿਰ ਤੁਹਾਨੂੰ ਉਹ ਜਿਹੜੀ ਉਹ ਡਬਲ ਮਾਰ ਤੁਹਾਨੂੰ ਪੈਣੀ ਹੈਗੀ ਆ। ਅੱਜ ਦਾ ਵੈਸੇ ਸਲੋ ਡਾਊਨ ਦੀ ਆ, ਕੱਲ ਨੂੰ ਤੁਸੀਂ ਕੰਪਲਾਇੰਟ ਨਹੀਂ ਹੈਗੇ ਤਾਂ ਕਰਕੇ ਮਾਰ ਪੈਣੀ ਹੈਗੀ ਆ। ਸੋ ਬੜਾ ਮਤਲਬ ਕਿ ਇਹ ਜ਼ਰੂਰੀ ਹੈਗਾ ਕਿ ਇਸ ਵੇਲੇ ਧਿਆਨ ਦਿੱਤਾ ਜਾਵੇ ਉਹਨਾਂ ਚੀਜ਼ਾਂ ਤੇ ਜਿਹੜੀਆਂ ਚੀਜ਼ਾਂ ਤੁਹਾਡੇ ਲਈ ਕੱਲ ਨੂੰ ਸਕਸੈਸਫੁਲ ਹੋਣ ਲਈ ਜ਼ਰੂਰੀ ਹੈਗੀਆਂ। ਰਾਜਕਿਰਨ, ਆਪਾਂ ਇੱਕ ਚੀਜ਼ ਦੱਸਦੇ ਕਿ ਜਿਹੜਾ ਕਮੈਂਟ ਪੀਰੀਅਡ ਚੱਲ ਰਿਹਾ ਹੈਗਾ, ਡਿਟੈਂਸ਼ਨ ਟਾਈਮ ਔਨ ਸੇਫਟੀ ਐਂਡ ਆਪਰੇਸ਼ਨਸ ਦੇ ਉੱਤੇ, ਉਹਦੇ ਸਿਰਫ 11 ਦਿਨ ਰਹਿ ਗਏ ਹੈਗੇ ਆ, ਤੇ ਇਸ ਵੇਲੇ ਤੱਕ ਸਿਰਫ 89 ਕਮੈਂਟਸ ਜਿਹੜੇ ਆ ਉਹ ਆਏ ਹੈਗੇ ਆ। ਪਿਛਲੇ ਦੀ 30 ਸਮਥਿੰਗ ਸੀ, 50 ਵਧੇ ਆ। ਹਾਂਜੀ ਹਾਂਜੀ। ਸੋ ਇਹ ਆ ਵੀ ਇੰਪੈਕਟ ਆਫ ਡਰਾਈਵਰ ਡਿਟੈਂਸ਼ਨ ਟਾਈਮ ਔਨ ਸੇਫਟੀ ਐਂਡ ਆਪਰੇਸ਼ਨਸ ਦੇ ਉੱਤੇ ਜਿਹੜਾ ਕਮੈਂਟ ਹੈਗੇ ਆ, ਉਹਦੇ ਸਿਰਫ 89 ਕਮੈਂਟ ਆਏ ਹੈਗੇ ਆ। ਸੋ ਪਲੀਜ਼ ਕਰ ਲਓ ਭਾਈ, ਕਰ ਲਓ। ਸੋਚਦੇ ਆ ਵੀ ਤੁਹਾਡੇ ਲਈ ਡਿਟੈਂਸ਼ਨ ਟਾਈਮ ਤੁਹਾਡੀ ਸੇਫਟੀ ਤੇ ਤੁਹਾਡੇ ਆਪਰੇਸ਼ਨ ਤੇ ਫਰਕ ਪਾਉਂਦਾ ਆ, ਤੇ ਜ਼ਰੂਰ ਉੱਥੇ ਜਾ ਕੇ ਕਮੈਂਟ ਕਰੋ। ਪਰ ਪ੍ਰੋਬਲਮ ਰਾਜਕਰਨ ਇੱਥੇ ਮੈਂ ਇਹੋ ਹੀ ਦੱਸ ਦਿੰਦਾ ਕਿ ਪ੍ਰੋਬਲਮ ਇਹ ਆ ਕਿ ਸਾਡਾ ਪੇਪਰਾਂ ਦੇ ਵਿੱਚ ਡਿਟੈਂਸ਼ਨ ਟਾਈਮ ਜਿਹੜਾ ਉਹ ਦਿਖਦਾ ਨਹੀਂਗਾ। ਸੋ ਇਸ ਕਰਕੇ ਸਾਨੂੰ ਇਹ ਤੰਗੀ ਆਉਣੀ ਆ। ਜਿੰਨੀ ਦੇਰ ਤੱਕ ਅਸੀਂ ELD ਦੇ ਉੱਤੇ ਸਹੀ ਕੰਮ ਨਹੀਂ ਕਰਦੇ, ਉਨੀ ਦੇਰ ਤੱਕ ਅਸੀਂ ਕੋਈ ਵੀ ਰੌਲਾ ਨਹੀਂ ਪਾ ਸਕਦੇ। ਹੁਣ ਡਿਟੈਂਸ਼ਨ ਟਾਈਮ
ਜਦੋਂ ਅਗਲਾ ਪੁੱਛਦਾ ਵੀ ਹਾਂਜੀ ਦਿਓ ਪ੍ਰੂਫ ਕਿੱਥੇ ਆ, ਤੇ ਉਦੋਂ ਅਸੀਂ ELD ਜਿਹੜੀ ਐਡਜਸਟ ਕਰਕੇ ਉੱਥੋਂ ਡਿਟੈਂਸ਼ਨ ਟਾਈਮ ਕੱਢ ਦਿੱਤਾ ਹੁੰਦਾ। ਸੋ ਇਸ ਕਰਕੇ ਆਪਾਂ ਨੂੰ ਫਾਈਟ ਕਰਨ ਦੇ ਵਿੱਚ ਬਹੁਤ ਔਖਿਆਈ ਆਉਂਦੀ ਆ। ਜੀ ਇੱਕ ਥੱਲੇ ਕਮੈਂਟ ਕਰਦੇ ਆ ਭਾਈ ਸਾਹਿਬ ਹਰਪ੍ਰੀਤ ਬੋਪਾ ਰਾਏ, ਕਹਿੰਦੇ ਸਭ ਤੋਂ ਵੱਡਾ ਮੁੱਦਾ ਇਹ ਆ ਵੀ ਜਿਹੜੇ ਵੱਡੇ ਟਰਾਂਸਪੋਰਟਰ ਨੇ ਆਪਣੀ ਡਿਸਪੈਚ ਇੰਡੀਆ ਬਿਠਾਏ ਹੋਏ ਨੇ, ਉਹਨਾਂ ਨੇ ਸਾਰਾ ਕਹਿੰਦੇ ਬੇੜਾ ਗਰਕ ਕੀਤਾ ਹੋਇਆ। ਸੋ ਗੱਲ ਤਾਂ ਹੈ, ਅਸੀਂ ਬਾਰ-ਬਾਰ ਇਹ ਕਹਿੰਦੇ ਰਹਿੰਦੇ ਆ, ਜਦੋਂ ਕਿਤੇ ਡਾਟਾ ਬਰੀਚ ਹੋਇਆ ਨਾ ਫਿਰ ਪਤਾ ਲੱਗਣਾ। ਕੱਲ ਕੇ ਪਰਸੋਂ ਇੱਥੇ ਬਹੁਤ ਵੱਡੀ ਕੰਪਨੀ ਆ ਯੂਨਾਈਟਿਡ ਹੈਲਥ, ਉਹਨਾਂ ਦਾ ਜਿਹੜਾ ਡਾਟਾ ਬਰੀਚ ਹੋ ਗਿਆ ਹਨਾ ਕੁਛ ਦਿਨ ਪਹਿਲਾਂ, ਤੇ ਹੁਣ ਬਹੁਤ ਸਾਰੇ ਲੋਕ ਜਿਹੜੇ ਮੈਡੀਕੇਅਰ ਤੇ ਆ ਉਹਨਾਂ ਦੀਆਂ ਦਵਾਈਆਂ ਨਹੀਂ ਮਿਲ ਰਹੀਆਂ ਕਿਉਂਕਿ ਉਹ ਨਹੀਂ ਸਾਰਾ ਕੁਝ ਬਲੌਕ ਕੀਤਾ ਪਿਆ। ਸੋ ਜਦੋਂ ਡਾਟਾ ਬਰੀਚ ਹੁੰਦਾ ਨਾ ਤੇ ਇੰਡੀਆ ਤੋਂ ਡਾਟਾ ਬਰੀਚ ਹੋਣਾ ਬੜਾ ਸੌਖਾ ਹੈਗਾ। ਹਰਜੋਤ ਸਿੰਘ ਜੀ, ਉਹ ਜਿਹੜੇ ਸਕੈਮ ਚੱਲ ਰਹੇ ਆ, ਜਿਹੜੇ ਲੋਡ ਹੈ ਨਹੀਂ ਆ ਉਹਦੇ ਨਾਂ ਤੇ ਲੋਕੀ ਲਈ ਜਾ ਰਹੇ ਸੀ, ਇਹ ਸਾਰਾ ਕੁਝ ਉੱਥੋਂ ਹੀ ਆ ਰਿਹਾ। ਉਹਨਾਂ ਦੇ ਕੋਲ ਇਹ ਨੰਬਰਸ ਕਿੱਥੋਂ ਆ ਰਹੇ ਆ, ਉਹਨਾਂ ਕੋਲ ਇਨਫੋਰਮੇਸ਼ਨ ਕਿੱਥੋਂ ਆ ਰਹੀ ਹੈ, ਸਾਰਾ ਕੁਝ ਕਿਤੇ ਨਾ ਕਿਤੇ ਇਹ ਆਊਟਸਾਈਡ ਅਮਰੀਕਾ ਜਦੋਂ ਇਹ ਡਾਟਾ ਜਾ ਰਿਹਾ ਤੇ ਉਹ ਸਾਰਾ ਉਹਦੇ ਨਾਲ ਲਿੰਕ ਹੋ ਕੇ ਹੀ ਦੇਖਿਆ ਜਾ ਰਿਹਾ ਇਸ ਨੂੰ। ਜੀ ਦੇਖੋ ਅਗਲਿਆਂ ਕੋਲ ਡਰਾਈਵਿੰਗ ਲਾਇਸੈਂਸ ਨੰਬਰ, ਤੁਹਾਡੇ ਸਾਰੇ ਸੋਸ਼ਲ ਸਿਕਿਉਰਿਟੀ, ਪੂਰੀ ਆਇਡੈਂਟੀਟੀ ਹੈ ਜੀ ਤੁਹਾਡੀ, SSN ਹੋਣਾ ਸਾਰਾ ਕੁਝ। ਕੱਲ ਨੂੰ ਪਤਾ ਲੱਗੇ ਲੋਨ ਚੱਕੇ ਤੁਹਾਡੇ ਨਾਂ ਤੇ, ਫਿਰ ਵੇਖੋਗੇ ਤਾਂ EDD ਬਾਹਰ ਬੈਠਿਆਂ ਨੂੰ ਤੇ ਆਪਣੀ ਕੈਲੀਫੋਰਨੀਆ ਦੇ ਬੜੇ ਸੌਖੇ ਦੇ ਦਿੰਦੇ ਆ, ਇੱਥੇ ਜਿਹਨੂੰ ਲੋੜ ਹੁੰਦੀ ਉਹਨੂੰ ਤਾਂ ਮਿਲਦੀ ਨਹੀਂ। ਬਾਹਰਲੇ ਮੁਲਕ ਵਾਲਿਆਂ ਨੂੰ ਤਾਂ ਝੱਟ ਚੈੱਕ ਲਿਖ ਕੇ ਦਿੰਦੇ ਰਹੇ ਆ, ਆਪਣੇ ਸਾਹਮਣੇ ਹੀ ਰਿਹਾ ਸੀਗਾ ਇਹ ਕੰਮ ਜੀ। ਤੇ ਆਪਣੇ ਨਾਲ ਜੀ ਰਮਨ ਜੀ ਕੀ ਕਹਿਣ ਲੱਗੇ ਸੀ? ਨਹੀਂ, ਮੈਂ ਤਾਂ ਇਹੋ ਹੀ ਗੱਲ ਕਹਿਣ ਲੱਗਾ ਸੀਗਾ ਕਿ ਕੱਲਾ ਸਿਰਫ ਉੱਥੇ ਬੈਠੇ ਲੋਕਾਂ ਨੇ ਨਹੀਂ ਖਰਾਬ ਕੀਤਾ, ਬਾਹਰ ਬੈਠੇ ਨੇ ਨਹੀਂ, ਇੱਥੇ ਬੈਠੇ ਲੋਕੀ ਜਿਹੜੇ ਉਹਨਾਂ ਨੂੰ ਰਾਹ ਦਿਖਾਉਂਦੇ ਆ, ਜਿਹੜੇ ਉਹਨਾਂ ਦੇ ਲਈ ਜਿਹੜਾ ਆਪਾਂ ਨੂੰ ਹੁਣ ਉਹ ਨਹੀਂ ਇੱਕ ਨਵਾਂ ਸਟੈਪ ਸਾਨੂੰ ਕਰਨਾ ਪੈ ਰਿਹਾ, ਜਿਹੜਾ ਉਹ ਕੰਪਨੀ ਦੀ ਰੀਅਲ ਓਨਰਸ਼ਿਪ ਦਿਖਾਣੀ ਪੈ ਰਹੀ ਹੈ। ਇਹ ਚੀਜ਼ਾਂ ਇਹਨਾਂ ਕਰਕੇ ਹੋਈਆਂ, ਇਸੇ ਕਰਕੇ ਹੋਈਆਂ ਕਿਉਂਕਿ ਇੱਥੇ ਬੈਠੇ ਲੋਕੀ ਵੀ ਉਹਨਾਂ ਨੂੰ ਪੱਲਾ ਫੜਾਉਂਦੇ ਆ, ਇੱਥੇ ਬੈਠੇ ਲੋਕੀ ਵੀ ਉਹਨਾਂ ਨੂੰ ਸਾਰਾ ਰਾਹ ਦਿਖਾਉਂਦੇ ਵੀ ਕਿਵੇਂ ਕਰਨਾ। ਫਿਰ ਉਹ ਲੋਕੀ ਕਰਦੇ ਵੀ ਮੈਂ ਕਰੂੰਗਾ ਤਾਂ ਫਸੂੰਗਾ, ਤੂੰ ਤਾਂ ਬਾਹਰ ਬੈਠਾ ਕੰਟਰੀ, ਤੈਨੂੰ ਕਿਹੜਾ ਕੁਝ ਹੋਣਾ। ਜੀ ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਤਿੰਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਨੂੰ ਕਿੰਨੀ ਵਾਰੀ ਕਾਲ ਆਉਂਦੇ ਆ ਵੀ ਜਿਹੜਾ ਡਰਾਈਵਰਾਂ ਦੇ ਪੈਸੇ ਮਾਰੇ ਜਾਂਦੇ ਆ ਜਾਂ ਬਈ ਉਹਨਾਂ ਨੂੰ ਘੱਟ ਪੈਸੇ ਦਿੱਤੇ ਜਾਂਦੇ ਆ ਨਾ, ਜਦੋਂ ਮਿਸ ਕੁਆਲੀਫਿਕੇਸ਼ਨ ਕੀਤਾ ਜਾਂਦਾ, ਜਦੋਂ W-1099 ਤੇ ਉਹਨਾਂ ਨੂੰ ਪਾਇਆ ਜਾਂਦਾ ਨਾ, ਜਿਹੜੇ ਕੰਮ ਕਰਦੇ ਆ ਨਾ, ਉਹਨਾਂ ਦੇ ਰਾਈਟ ਹੈਗੇ ਆ ਬਹੁਤ। ਜਿੱਦਾਂ ਆਪਾਂ ਕਦੇ ਕਹਿੰਦੇ ਆ ਵੀ ਜਿੱਦਾਂ ਆਪਾਂ ਜੇ 1099 ਦੇ ਕੰਮ ਕਰਦੇ ਆ ਆਪਣੇ ਕੋਲ ਰਾਈਟ ਹੈਗੇ ਨਾ। ਜਿੱਦਾਂ ਇਹ ਡਿਸਪਿਊਟ ਹੁੰਦਾ ਦੋ ਪਾਰਟੀਆਂ ਦਾ ਨਾ, ਪਹਿਲੀ ਪਾਰਟੀ ਹੁੰਦੀ ਆ ਵੀ ਜਿਹੜੀ ਆਪਾਂ ਕਹਿੰਦੇ ਆ ਜਾਂ ਓਨਰ ਆ ਜਾਂ ਬਿਜ਼ਨਸ ਨਾ, ਦੂਜੀ ਹੁੰਦੀ ਆ ਵਰਕਰ ਨਾ। ਇਹ ਜਿੱਦਾਂ ਅੰਡਰ ਲੇਬਰ ਲਾ ਆਲਮੋਸਟ ਨਾ ਰਾਈਟ ਬਰਾਬਰ ਹੀ ਆ 1099 ਤੇ W-2 ਦੇ ਕਰਕੇ। ਜਿਹੜਾ ਜ਼ਿੰਮੇਵਾਰੀ ਹੁੰਦੀ ਆ ਉਹ ਹੁੰਦੀ ਆ ਵੀ ਇੰਪਲੋਇਰ ਦੀ, ਉਹਨਾਂ ਨੇ ਆਪਦੀ ਕੰਪਨੀ ਕਿੱਦਾਂ ਰਨ ਕਰਨੀ ਆ, ਵੀ ਕਿੱਦਾਂ ਪੇ ਕਰਨਾ। ਸੋ ਜਿੱਦਾਂ ਬੈਟਰ ਤਾਂ ਹੈਗਾ ਵੀ ਜਿਹੜਾ ਡਿਸਪਿਊਟ ਜਦੋਂ ਇੱਦਾਂ ਹੁੰਦਾ, ਕੋਈ ਜਿਹੜਾ ਪੈਸੇ ਕਿਸੇ ਦਾ ਮਾਰਦਾ ਜਾਂ ਨਹੀਂ ਦਿੰਦਾ, ਵੀ ਤੁਸੀਂ ਬੈਠ ਕੇ ਗੱਲ ਕਰ ਲਓ, ਰਿਜ਼ੋਲਵ ਕਰ ਲਓ ਸਿਚੁਏਸ਼ਨ। ਜੇ ਨਹੀਂ ਹੁੰਦਾ ਫਿਰ ਜਿਹੜਾ 1099 ਤੇ ਬੰਦਾ ਜਿਹੜਾ ਕੰਮ ਕਰਦਾ ਨਾ, ਹੋਣਾ ਤਾਂ ਚਾਹੀਦਾ ਉਹਨੂੰ W-2 ਤੇ, ਪਰ ਉਹ ਲੇਬਰ ਕਮਿਸ਼ਨ ਨੂੰ ਤੇ EDD ਨੂੰ ਰਿਪੋਰਟ ਕਰ ਸਕਦਾ ਨਾ। ਕਰਕੇ ਜਿਹੜੀ ਜ਼ਿੰਮੇਵਾਰੀ ਆ ਉਹ ਤਾਂ ਇੰਪਲੋਇਰ ਦੀ ਆ, ਕਰਕੇ ਜਿਹੜਾ ਇੰਪਲੋਇਰ ਆ ਉਹ ਹਾਇਰ ਕਰਦਾ ਕਿਸੇ ਨੂੰ ਬਈ ਮੇਰੇ ਲਈ ਤੂੰ ਆਹ ਕੰਮ ਕਰਨਾ, ਬਈ ਤੂੰ ਉਹਦੀ ਜ਼ਿੰਮੇਵਾਰੀ ਵੀ ਕਿੱਦਾਂ ਉਹਨੂੰ ਇੰਪਲੋਈ ਨੂੰ ਪੇ ਕਰਨਾ। ਸੋ ਜੇ ਉਹ ਇੰਪਲੋਇਰ ਆਡਿਟ ਹੋ ਜਾਵੇ, ਸਾਰੀ ਪੈਨਲਟੀ ਇੰਪਲੋਇਰ ਨੂੰ ਲੱਗਦੀ ਆ। ਜਿਹੜਾ 1099 ਦਾ ਕੰਮ ਕਰਦਾ ਇੰਪਲੋਈ ਜਿਹੜਾ ਉਹਦੇ ਉੱਪਰ ਕੋਈ ਨਹੀਂ ਨਾ ਜਿੱਦਾਂ ਫਾਈਨ ਹੋ ਸਕਦਾ ਜਾਂ ਉਹਨੂੰ ਕੋਈ ਗਲਤ ਐਕਸ਼ਨ ਹੋ ਸਕਦਾ ਉੱਤੇ। ਕਰਕੇ ਜਿਹੜਾ ਇੰਪਲੋਈ ਆ ਕਹਿ ਸਕਦਾ ਵੀ ਮੈਨੂੰ 1099 ਦੇ ਪਾਓ, ਪਰ ਜਿਹੜਾ ਐਟ ਦਾ ਐਂਡ ਰਿਸਪਾਂਸਿਬਿਲਿਟੀ ਇੰਪਲੋਇਰ ਤੇ ਹੁੰਦੀ ਆ। ਸੋ ਜੇ ਉਹ ਰਿਪੋਰਟ ਕਰ ਦਿੰਦਾ ਨਾ, ਕੰਪਨੀ ਆਡਿਟ ਹੋ ਜਾਂਦੀ ਆ, ਉਹ ਰਿਸਪਾਂਸਿਬਿਲਿਟੀ ਉਹਦੀ ਹੁੰਦੀ ਆ, ਸਾਰਾ ਜਿਹੜਾ ਪੈਸਾ ਬੈਕ ਕਰਨਾ ਟੈਕਸ ਪੇ ਆ ਉਹ ਇੰਪਲੋਇਰ ਨੂੰ ਪੇ ਕਰਨਾ ਪੈਂਦਾ। ਨਾਲੇ ਜਿਹੜਾ 1099 ਆ ਉਹ ਅਨਪਲਾਈਮੈਂਟ ਵੀ ਫਾਈਲ ਕਰ ਸਕਦਾ, ਨਾਲ ਡਿਸੇਬਿਲਿਟੀ ਵੀ ਫਾਈਲ ਕਰ ਸਕਦਾ। ਜਿੱਦਾਂ ਆਪਾਂ ਨੂੰ ਪਤਾ ਜੀ ਕੈਲੀਫੋਰਨੀਆ ਜਿਹੜੀ ਆ ਉਹ ਲੇਬਰ ਦੀ ਨਾ ਸਪੋਰਟ ਕਰਦੀ ਆ, ਲੇਬਰ ਲਾਅ ਤੇ ਬਹੁਤ ਸਖਤ ਆ। ਸੋ ਐਟ ਦਾ ਐਂਡ ਜੇ ਐਕਸ਼ਨ ਕੋਈ ਹੋਇਆ ਜਾਂ ਸਿਵਲ ਲਾਸੂਟ ਹੋਇਆ, ਸਾਰੀ ਰਿਸਪਾਂਸਿਬਿਲਿਟੀ ਇੰਪਲੋਇਰ ਤੇ ਜਾਣੀ ਆ, ਈਵਨ ਇਫ ਜਿਹੜਾ ਇੰਪਲੋਈ ਆ ਉਹ 1099 ਦੇ ਕੰਮ ਕਰਦਾ ਜੀ। ਕਰਕੇ ਐਟ ਦਾ ਐਂਡ ਕੰਪਨੀ ਦਾ ਇੰਪਲੋਇਰ ਦੀ ਆ ਨਾ, ਉਹਨੇ ਡਿਟਰਮਨ ਕਰਨਾ ਵੀ ਮੈਂ ਇਹਨੂੰ 1099 ਦੇ ਪਾਉਣਾ ਜਾਂ ਨਹੀਂ ਪਾਉਣਾ ਨਾ। ਸੋ ਐਟ ਦਾ ਐਂਡ ਜੇ ਲਿਟੀਗੇਸ਼ਨ ਹੋ ਜਾਵੇ ਜਾਂ ਕੋਰਟ ਹੋ ਜਾਵੇ, ਕੋਰਟ ਵਿੱਚ ਕੇਸ ਚੱਲ ਜਾਵੇ,
ਤਾਂ EMPLOYER ਦੇ ਸਿਰ ਜਿਹੜਾ ਉਹ ਭਾਰ ਜਿਹੜਾ ਉਹ ਪੈਂਦਾ। ਧੰਨਵਾਦ ਅਮਰਜੀਤ ਪਰ ਸਿੰਘ। ਇਹਦਾ ਇਹ ਮਤਲਬ ਨਹੀਂ ਆ ਕਿ ਜੇ EMPLOYER 1099 ਆਫਰ ਕਰ ਰਿਹਾ ਤੇ EMPLOYEE ਦੀ ਮਰਜ਼ੀ ਆ ਉਹ 1099 ਲੈ ਲੂਗਾ। ਜੇ EMPLOYEE ਦੀ ਵੀ ਆਪਣੀ ਹੋਣੀ ਚਾਹੀਦੀ ਨਾ ਕਿ ਮੈਂ ਟੈਕਸ ਪੇ ਕਰਨਾ ਹੈ, ਯੂ نو। ਇੱਥੇ ਪ੍ਰੋਬਲਮ ਇਹ ਆਉਂਦੀ ਆ ਕਿ EMPLOYEE ਆਣ ਕੇ ਠੋਕ ਕੇ ਕਹਿੰਦਾ ਵੀ ਜੇ 1099 ਦਿਓਗੇ ਤਾਂ ਮੈਂ ਕੰਮ ਕਰੂੰਗਾ, ਨਹੀਂ ਤਾਂ ਮੈਂ ਕੰਮ ਨਹੀਂ ਕਰੂੰਗਾ। ਉੱਥੇ EMPLOYER ਕੀ ਕਰੇ? ਸੋ ਇਹਦੇ ਵਿੱਚ ਇੱਕ ਇਹ ਵੀ ਆ ਰਮਨ ਜੀ, ਬਹੁਤੀਆਂ ਕਾਲ ਤਾਂ ਸਾਨੂੰ ਇਹ ਸ਼ੋਅ 'ਚ ਵੀ ਆਉਂਦੀਆਂ, ਉਹ ਤੋਂ ਬਿਨਾਂ ਵੀ ਬਹੁਤ ਕਾਲਸ ਜਦੋਂ ਆਪਾਂ ਟਰੱਕਿੰਗ ਦਾ ਸ਼ੋਅ ਨਹੀਂ ਕਰਦੇ ਰੇਡੀਓ ਦੇ ਉੱਤੇ, ਮੇਰੇ ਆਫਿਸ 'ਚ ਵੀ ਆਉਂਦੀਆਂ ਰਹਿੰਦੀਆਂ। ਪਰਸੋਂ ਜੇ ਇੱਕ ਭੈਣ ਜੀ ਦੀ ਵੀ ਕਾਲ ਆਈ ਸੀ ਵੀ ਭਾਜੀ ਸਾਡਾ $20,000 ਏਦਾਂ ਮਰ ਗਿਆ 1099 ਕੀ ਕਰੀਏ, ਹਨਾ। ਹੁਣ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜੇ ਕਿਸੇ ਨੇ 1099 ਜਿਹਦੇ ਪੈਸੇ ਮਰੇ ਆ ਉਹ ਲੇਬਰ ਡਿਪਾਰਟਮੈਂਟ 'ਚ ਗਿਆ, ਹਨਾ, ਵੀ ਉਹਨੂੰ ਕੀ ਜਿਹੜਾ ਰਿਸਪੌਂਸ ਮਿਲਿਆ ਜਾਂ ਉਹਨੂੰ ਪੈਸੇ ਮਿਲ ਗਿਆ ਜਾਂ ਕੀ ਹੋਇਆ, ਉਹ ਜ਼ਰੂਰ ਆ ਕੇ ਸਾਨੂੰ ਦੱਸਿਓ, ਬਿਲਕੁਲ। ਹਨਾ। ਬਹੁਤ ਸਾਰੇ ਆਪਾਂ ਕਈ ਤਾਂ ਜਾਂਦੇ ਆ ਵੀ ਲੇਬਰ ਡਿਪਾਰਟਮੈਂਟ ਜਾ ਸਕਦੇ ਆ, ਜਿੱਥੇ ਤੱਕ ਮੈਨੂੰ ਲੱਗਦਾ ਆ ਵੀ ਉਹ 1099 ਤੇ ਨਾ ਤਾਂ ਅਨਪਲਾਇਮੈਂਟ ਲੈ ਸਕਦੇ ਆ, ਨਾ ਲੇਬਰ ਵਾਲਿਆਂ ਨੇ ਕੁਝ ਕਰਨਾ। ਪਰ ਜੇ ਕਿਸੇ ਨੂੰ ਕੁਝ ਹੋਇਆ ਦੱਸੋ ਜ਼ਰੂਰ, ਤਾਂ ਕਿ ਸਾਰਿਆਂ ਨੂੰ ਜਿਹੜਾ ਹੈ ਨਾ ਉਹ ਨੌਲੇਜ ਮਿਲ ਜਾਏ, ਕਿ ਨਹੀਂ ਰਮਨ ਜੀ? ਉਹਦੇ ਨਾਲ ਹਰਜੋਤ ਭਾਜੀ ਇੱਕ ਚੀਜ਼ ਆ, ਉਹਦੇ ਮੇਰੇ ਖਿਆਲ ਦੇ ਵਿੱਚ ਜਿਹੜੀ ਮੈਨੂੰ ਕੁਛ ਇੱਕ ਫੀਡਬੈਕ ਮਿਲੀ ਆ, ਕੰਪਨੀਜ਼ ਦੇ ਉੱਤੇ ਐਕਸ਼ਨ ਆਉਣਾ ਸ਼ੁਰੂ ਹੋ ਜਾਂਦਾ ਆ ਜਦੋਂ ਉਹ ਰਿਪੋਰਟ ਹੋਣੀ ਸ਼ੁਰੂ ਹੋ ਜਾਂਦੀ ਹੈ। 1099 ਵਾਲੇ ਨੂੰ ਪੈਸੇ ਮਿਲਣੇ ਨਹੀਂ ਮਿਲਣੇ, ਦੈਟਸ ਅ ਡਿਫਰੈਂਟ ਸਟੋਰੀ, ਬਟ ਦ ਕੰਪਨੀ ਵਿਲ ਸਟਾਰਟ ਲੁਕਿੰਗ ਕਿ ਨਹੀਂ, ਉਹ ਜਦੋਂ ਆਡਿਟ ਦੀ ਗੱਲ ਹੁੰਦੀ ਆ ਉਹ ਦੇਖਦੇ ਆ ਤਾਂ ਫਿਰ ਬੈਕ ਟੈਕਸਿਸ ਤੇ ਸਭ ਕੁਝ ਸਾਹਮਣੇ ਆਉਂਦਾ। ਹਾਂਜੀ ਤਦੇ ਤਾਂ ਜਿਹੜਾ ਉਹ AV5 ਆ ਨਾ, ਉਹਦੇ ਵਿੱਚ ਇਹ ਸੀਗਾ ਵੀ ਜੇ ਤੁਸੀਂ ਮਿਸ ਕਲਾਸੀਫਾਈ ਕਰਦੇ ਆ ਆਪਣੇ ਇੰਡੀਪੈਂਡੈਂਟ ਕੰਟਰੈਕਟਰ ਨੂੰ, ਤੁਹਾਨੂੰ $5,000 ਤੋਂ ਲੈ ਕੇ $25,000 ਤੱਕ ਪਰ ਵਾਇਲੇਸ਼ਨ ਜਿਹੜਾ ਫਾਈਨ ਹੋਣਾ ਸੀ ਉਹਦੇ ਵਿੱਚ ਇਹੀ ਆ ਨਾ ਜੀ। ਇਸੇ ਕਰਕੇ ਜਿਹੜੀ AV5 ਆ ਨਾ, ਇਸੇ ਕਰਕੇ ਹੀ ਅਸੀਂ ਅੱਜ ਚਾਹੇ ਜਿੰਨਾ ਮਰਜ਼ੀ AV5 ਦੇ ਰੌਲਾ ਪਾ ਲਈਏ, ਪਰ AV5 ਜਿਹੜੀ ਆ ਨਾ ਉਹ ਇਹਨਾਂ ਚੀਜ਼ਾਂ ਕਰਕੇ ਹੀ ਹੋਂਦ 'ਚ ਆਈ ਆ, ਇਹਨਾਂ ਪ੍ਰੋਬਲਮਾਂ ਕਰਕੇ ਹੀ ਹੋਂਦ 'ਚ ਆਈ ਆ। ਅਸੀਂ AV5 ਨੂੰ ਕਿਸ ਢੰਗ ਨਾਲ ਲੈਂਦੇ ਆ, ਮੈਨੂੰ ਇਹ ਨਹੀਂ ਸਮਝ ਆਉਂਦੀ। AV5 ਇੰਡੀਪੈਂਡੈਂਟ ਕਾਂਟਰੈਕਟਰ ਓਨਰ ਆਪਰੇਟਰ ਵਾਸਤੇ ਨਹੀਂ ਬਣਿਆ ਲਾ, ਇਹ ਲਾ ਬਣਿਆ ਕੰਪਨੀ ਵਾਸਤੇ ਕਿ ਉਹਨੇ ਕਿੱਦਾਂ ਉਹਨੂੰ ਕਲਾਸੀਫਾਈ ਕਰਨਾ, ਡਰਾਈਵਰ ਬੰਦੇ ਨੂੰ ਜਿਹਨੂੰ ਹਾਇਰ ਕੀਤਾ ਉਹਨੂੰ ਕਿੱਦਾਂ ਕਲਾਸੀਫਾਈ ਕਰਨਾ, ਠੀਕ ਹੈ ਨਾ। ਤੇ ਇਸ ਕਰਕੇ ਜਿਹੜੇ ਆ ਹੁਣ ਜਿੰਨੇ ਵੀ 1099 ਵਾਲੇ ਆ, ਇਹ ਮਿਸ ਕਲਾਸੀਫਿਕੇਸ਼ਨ ਦਾ ਕੇਸ ਆ ਜੀ, ਠੀਕ ਹੈ ਨਾ, ਇਹ ਮਿਸ ਕਲਾਸੀਫਿਕੇਸ਼ਨ ਦਾ ਕੇਸ ਆ। ਸੋ AV5 ਦੇ ਥੱਲੇ ਜਿੱਦਣ ਵੀ ਇਹ ਚੀਜ਼ਾਂ ਜਿਹੜੀਆਂ ਆ ਉਜਾਗਰ ਹੋ ਜਾਂਦੀਆਂ, ਜਿਹੜੀ ਵੀ ਹੋ ਜਾਂਦੀਆਂ, ਦੇ ਗਨ ਬੀ ਇਨ ਅ ਡੀਪ ਪ੍ਰੋਬਲਮ। ਜੀ ਜੀ ਬਿਲਕੁਲ। ਆਪਣੇ ਅਗਲੇ ਕਾਲਰ ਨੇ ਅਸ਼ੋਕ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਜੀ, ਭਾਜੀ ਮੈਂ ਗੱਲ ਕਰਨੀ ਸੀ ਕਿ ਖਾਲਸਾ ਭਾਜੀ ਨਾਲ। ਭਾਜੀ ਮੈਂ ਨਾ ਆਪਣੀ ਇੰਸ਼ੋਰੈਂਸ ਕੰਪਨੀ ਜਿੱਦਾਂ ਕਾਲ ਕਰਦਾ ਸੀਗਾ, ਘੱਟੋ ਘੱਟ ਮੈਨੂੰ ਜੀ 6 ਮਹੀਨੇ ਹੋ ਗਏ ਕਾਲ ਕਰਦਿਆਂ ਨੂੰ। ਪਹਿਲਾਂ ਉਹ ਕਹਿੰਦੇ ਸੀ ਲੇਡੀਜ਼ ਇੰਡੀਆ ਗਈ ਆ, ਇੰਡੀਆ ਤੋਂ ਵਾਪਸ ਆਈ, ਮੈਂ ਲਾਈਫ ਇੰਸ਼ੋਰੈਂਸ ਜਿੱਦਾਂ ਕਰਾਉਣੀ ਸੀਗੀ, ਕਹਿੰਦੇ ਸੀ ਮੈਂ ਤੁਹਾਨੂੰ ਕਾਲ ਬੈਕ ਕਰਾਂਗੇ। ਤੁਸੀਂ ਆਫਿਸ ਕਾਲ ਕਰ ਲਿਓ ਭਾਜੀ, 408-272-25 2500 ਦੇ 10 ਜਾਣੇ ਕੰਮ ਕਰਦੇ, ਇਕੱਲੀ ਇੱਕ ਲੇਡੀ ਨਹੀਂ ਕੰਮ ਕਰਦੀ, ਤੇ ਤੁਸੀਂ ਮੇਰੇ ਨਾਲ ਗੱਲ ਕਰ ਲਿਓ, ਠੀਕ ਹੈ। 2500 ਦੇ ਕਾਲ ਕਰਿਓ ਜੀ। ਹਾਂਜੀ ਜੀ ਬਿਲਕੁਲ। ਸੋ 408-272 5200 ਦੇ ਉੱਤੇ ਹੁਣ ਜਿਹੜਾ ਆ ਜਿਹੜਾ ਸਟੂਡੀਓ ਦੇ ਵਿੱਚ ਕਾਲ ਕਰਕੇ ਤੁਸੀਂ ਜੇ ਕੋਈ ਤੁਹਾਡਾ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਬਾਤ ਆ, ਕੋਈ ਵਿਚਾਰ ਆ, ਤਾਂ ਉਹ ਤੁਸੀਂ ਜਿਹੜਾ ਉਹ ਸ਼ੇਅਰ ਕਰ ਸਕਦੇ ਹੈਗੇ ਆ। ਆਪਣੇ ਜਿੱਦਾਂ ਆਪਾਂ ਦੇਖ ਰਹੇ ਆ, ਇੱਕ ਬਾਈ ਜੀ ਆਪਾਂ ਜਦੋਂ ਕਮੈਂਟ ਦੀ ਗੱਲ ਕਰਦੇ ਆ, ਰੌਕਲਿਨ ਵਾਲੇ ਬੈਂਸ ਨੂੰ ਨਹੀਂ ਕਹਿੰਦੇ ਵੀ ਪੰਜਾਬੀਆਂ ਦੇ ਕੋਲ ਇਹੋ ਜਿਹੀ ਚੀਜ਼ ਦੇ ਉੱਤੇ ਕਮੈਂਟ ਕਰਨ ਨੂੰ ਹੁੰਦਾ ਨਹੀਂ ਆ। ਜੇ ਕੋਈ ਸਿੰਗਰਾਂ ਦਾ ਰੌਲਾ ਪੈ ਜੇ ਜਾਂ ਦੋ ਧਿਰਾਂ ਦਾ ਰੌਲਾ ਪੈ ਜੇ ਤਾਂ ਫਿਰ ਦੇਖੋ ਕਹਿੰਦੇ ਵੀ ਕਮੈਂਟਾਂ ਦਾ ਹੜ ਲੈ ਆਉਂਦੇ ਆ। ਸੋ ਭਾਈ ਆਹ ਲਿੰਕ ਪਾਤੇ ਆ ਉਸ ਰਜਿਸਟਰ ਦੇ ਉੱਤੇ, ਜੇ ਤੁਹਾਨੂੰ ਡਿਟੈਂਸ਼ਨ ਟਾਈਮ ਦਾ ਹੈਗਾ ਆ ਸੇਫਟੀ ਤੇ ਆਪਰੇਸ਼ਨ ਨੂੰ ਲੈ ਕੇ 88 ਕਮੈਂਟ ਨੇ, ਇਹਨੂੰ ਵਧਾਓ ਜਰਾ, ਦਿਨ ਥੋੜੇ ਰਹਿ ਗਏ, 18 ਤਰੀਕ ਆ ਲਾਸਟ, 11 ਦਿਨ ਜਿੱਦਾਂ ਪਹਿਲਾਂ ਦੱਸਿਆ ਵੀ ਉਹ ਰਹਿ ਗਏ ਆ। ਸੋ ਆਪਾਂ ਬਾਅਦ ਦੇ ਵਿੱਚ ਜਿਹੜਾ ਕਹਿੰਦੇ ਰਹਿੰਦੇ ਆ ਵੀ ਇੱਦਾਂ ਆ ਉੱਦਾਂ ਆ, ਵੀ ਆਹ ਹੋ ਗਿਆ ਉਹ ਹੋ ਗਿਆ। ਹੁਣ ਜਦੋਂ ਮੌਕਾ ਹੁੰਦਾ ਹੈ ਪਲੀਜ਼ ਉਦੋਂ ਕੋਈ ਕਾਰਵਾਈ ਪਾਇਆ ਕਰੋ। ਕੱਲਾ ਕਮੈਂਟ ਨਹੀਂ ਆ, ਹੁਣ ਵੋਟਾਂ ਪੈ ਕੇ ਹਟੀਆਂ, ਤੁਹਾਨੂੰ ਪਤਾ ਹੀ ਆ, ਆਪਾਂ ਖਬਰ ਸਾਂਝੀ ਕੀਤੀ ਸੀ ਵੀ ਅਲਾਮੀਡਾ ਕਾਉਂਟੀ ਸਿਰਫ 8% ਲੋਕਾਂ ਨੇ ਵੋਟਾਂ ਪਾਈਆਂ। ਤੁਸੀਂ ਆਪ ਵੀ ਦੇਖੋ ਜਿੰਨੇ ਕ ਆਪਣੇ ਜਿਹੜੇ ਟਰੱਕਰ ਭੈਣ ਭਰਾ ਜਾਂ ਹੋਰ ਹੈਗੇ ਆ ਸਿਟੀਜ਼ਨ, ਕਿੰਨਿਆਂ ਕੁ ਨੇ ਵੋਟ ਪਾਈ ਹੈਗੀ ਆ ਜੀ। 8.25% ਲੋਕਾਂ ਨੇ ਅਲਾਮੀਡਾ ਕਾਉਂਟੀ 'ਚ ਵੋਟ ਪਾਈ, ਸਿਰਫ 8.25, ਜਸਟ ਇਮੈਜਿਨ। ਤੇ ਉਹਨਾਂ ਸਾਰਿਆਂ ਨੇ ਫੈਸਲਾ ਲੈ ਲਿਆ, ਬਾਕੀ 92% ਲੋਕਾਂ ਦੇ ਲਈ। ਉਹ 92% ਲੋਕ ਜਿਨ੍ਹਾਂ ਨੇ ਨਹੀਂ ਕੁਛ ਕੀਤਾ ਉਹਨਾਂ ਦੀ ਗਲਤੀ ਆ। ਉਹ 8 ਜਾਣਿਆਂ ਨੇ 8% ਜਿਨ੍ਹਾਂ ਨੇ
ਜੋ ਕਹਿਤਾ ਉਹੀ ਮੰਨਣਾ ਪੈਣਾ ਹੈ ਫਿਰ ਹੁਣ ਤੁਹਾਨੂੰ ਏਦਾਂ ਉਹ ਹੀ ਚੱਲਣਾ। 92% ਜਿਹੜੇ ਆ ਪ੍ਰੋਟੈਸਟ ਵਾਲੇ ਆ। ਜੀ ਸਤਨਾਮ ਜੀ ਸਤਿ ਸ਼੍ਰੀ ਅਕਾਲ। ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਜੀ। ਮੈਂ ਸਤਨਾਮ ਸਿੰਘ ਚੰਦਰ ਬੋਲਦਾ ਜੀ। ਹਾਂਜੀ ਉਹ ਮੈਂ ਤਾਂ ਦੱਸਣਾ ਸੀ ਜੀ, ਆਪਣੇ ਜਿੱਦਾਂ ਨਵੇਂ ਟਰੱਕਾਂ ਵਿੱਚ ਨਾ ਕਈ ਕੋਨਾਂ ਹੀ ਆਉਂਦੀਆਂ ਆ ਜਿੱਦਾਂ ਆਪਣੇ ਐਮਰਜੈਂਸੀ ਵਾਸਤੇ, ਪਰ ਜਿੱਦਾਂ DOT ਕਹਿੰਦੀ ਆ ਵੀ ਜਿੱਦਾਂ ਰਿਫਲੈਕਟਰ ਜ਼ਰੂਰੀ ਆ, ਜਿੱਦਾਂ ਮੈਂ ਕਿਹਾ ਵੀ ਆਪਣੇ ਵੀਰੇ ਮੇਕ ਸ਼ੋਰ ਕਰ ਲੈਣ ਵੀ ਟਰਾਈਐਂਗਲ ਜ਼ਰੂਰੀ ਰੱਖਣ, ਜਿੱਦਾਂ ਨਵਿਆਂ ਟਰੱਕਾਂ 'ਚ ਕਈਆਂ 'ਚੋਂ ਕੋਨਾਂ ਜਿਹੀਆਂ ਹੀ ਆਉਂਦੀਆਂ, ਰਿਫਲੈਕਟਰ ਨਹੀਂ ਜਿੱਦਾਂ ਆਉਂਦੇ ਟਰਾਈਐਂਗਲ। ਹਾਂਜੀ ਉਹ ਜ਼ਰੂਰੀ ਆ। ਹਾਂਜੀ ਹਾਂਜੀ ਮੈਂ ਕਿਹਾ ਦੱਸ ਦਿੰਦਾ ਜੀ। ਓਕੇ ਜੀ, ਓਕੇ ਥੈਂਕ ਯੂ ਜੀ। ਹਾਂਜੀ ਰਮਨ ਜੀ। ਧੰਨਵਾਦ ਜੀ। ਜੀ ਰਮਨ ਜੀ ਰਿਫਲੈਕਟਰ ਜ਼ਰੂਰੀ ਹੁੰਦੇ, ਰਿਫਲੈਕਟਰ ਤਾਂ ਜ਼ਰੂਰੀ ਹੁੰਦੇ ਆ। ਰਿਫਲੈਕਟਰ ਜ਼ਰੂਰੀ ਹੈ ਬਿਲਕੁਲ ਜੀ। ਇੱਕ ਕਮਲਜੀਤ ਸਿੰਘ ਹੁਣੀ ਕਹਿੰਦੇ ਆ ਲਿੰਕ ਕਿੱਥੇ ਪਾਏ ਆ ਕਮੈਂਟ ਵਾਲਾ, ਉਹ ਤੁਸੀਂ ਲਿੰਕ ਜ਼ਰੂਰ ਸ਼ੇਅਰ ਕਰ ਦਿਓ। ਆਲਰੇਡੀ ਵਿੱਚ ਹੀ ਆ ਕਮੈਂਟਸ ਦੇ ਵਿੱਚ, ਤੁਸੀਂ ਦੇਖੋ ਅੱਛਾ ਵਿੱਚ ਕਮੈਂਟ ਦੇ ਪਾਤਾ, ਆਲਰੇਡੀ ਪਾਤਾ, ਦੁਬਾਰਾ ਪਾ ਦਿੰਦੇ ਆਪਾਂ ਫੈਡਰਲ ਰਜਿਸਟਰ ਦਾ ਉਹ ਜਿਹੜਾ ਹੈ ਨਾ, ਤੁਸੀਂ ਲਿੰਕ ਦੇਖ ਸਕਦੇ ਆ। ਰਮਨ ਜੀ ਨੇ ਵੀ ਪਾਤਾ, ਸਾਰਿਆਂ ਨੇ ਪਾਤਾ। ਹੁਣ ਕੋਈ ਮਿਸ ਨਹੀਂ ਹੋਣਾ ਚਾਹੀਦਾ ਕਿਸੇ ਦਾ, ਉਹ ਤੁਸੀਂ ਕਰ ਸਕਦੇ ਆ ਜੀ। ਅਮਰਜੀਤ ਜੀ ਜੁੜੇ ਨੇ ਇੱਕ ਵਾਰੀ ਫਿਰ ਜੀ। ਅਮਰਜੀਤ ਜੀ ਸਤਿ ਸ਼੍ਰੀ ਅਕਾਲ ਦੁਬਾਰਾ ਜੀ। ਸਤਿ ਨਾ ਇੱਕ ਚੀਜ਼ ਮੈਂ ਜਿਹੜੀ ਕਲੀਅਰ ਕਰਨੀ ਸੀਗੀ ਨਾ ਬਈ, ਜਿਹੜਾ ਇੰਪਲੋਇਰ ਆ ਆਲਮੋਸਟ 100% ਰਿਸਪਾਂਸਿਬਲ ਆ ਵੀ ਉਹਨੇ ਨਾ ਕਿੱਦਾਂ ਨਾ ਕਲਾਸੀਫਾਈਡ ਕਰਨਾ ਇੰਪਲੋਈ ਨੂੰ 1099 ਜਾਂ W2 ਤੇ ਕਰਨਾ ਨਾ। ਜਿਹੜਾ ਇੰਪਲੋਈ ਆ ਉਹ ਦੱਸ ਨਹੀਂ ਸਕਦਾ ਇੰਪਲੋਇਰ ਨੂੰ ਵੀ ਤੂੰ ਇਦਾਂ ਬਿਜ਼ਨਸ ਰਨ ਕਰ, ਮੈਨੂੰ ਇਦਾਂ ਪੇ ਕਰ ਨਾ, ਉਹ ਨਾ ਕਹਿ ਸਕਦਾ। ਪਰ ਜਿਹੜੇ ਚੈੱਕ ਕੱਟਣੀ ਆ, ਚੈੱਕ ਤਾਂ ਇੰਪਲੋਇਰ ਕਰਦਾ, ਉਹਦੇ ਜੇ W2 ਕੱਟਣਾ ਜਾਂ 1099 ਆ। ਸੋ ਆਲਮੋਸਟ ਮੈਂ ਪ੍ਰੀਟੀ ਸ਼ੋਰ ਆ ਜੇ 1099 ਹੋਵੇ ਜਾਂ ਉਹ ਲੇਬਰ ਕਮਿਸ਼ਨ ਰਿਪੋਰਟ ਕਰ ਦੇਣ ਜਾਂ ਲੀਗਲ ਐਕਸ਼ਨ ਲੋਅਰ ਹਾਇਰ ਕਰਕੇ ਸੂਟ ਕਰ ਦੇਣ, ਉਹਨੂੰ ਪੈਸੇ ਮਿਲ ਸਕਦੇ ਆ। ਕਰਕੇ ਆਪਾਂ ਨੂੰ ਪਤਾ ਵੀ ਜਿੱਦਾਂ ਲੇਬਰ ਦਾ ਨਾ ਸਾਈਡ ਲੈਂਦੇ ਆ। ਪਰ ਇਹ ਵੀ ਗੱਲ ਆ ਜਿਹੜਾ ਇੰਪਲੋਇਰ ਉਹ ਵੀ ਜੈਨੂਅਨ ਚਾਹੀਦਾ ਨਾ, ਸਹੀ ਚਾਹੀਦਾ ਵੀ ਇਦਾਂ ਨਹੀਂ ਵੀ 10,000 ਪੈਸਾ ਕਿਸੇ ਨੇ ਮਾਰਿਆ ਵੀ ਉਹ ਕਹਿ ਦੇਵੇ ਮੇਰਾ 50,000 ਇਹ ਉਹ ਕਰਦਾ ਜਾਂ 20,000 ਉਹ ਕਰਦਾ। ਨਾਲੇ ਪ੍ਰੂਫ ਵੀ ਹੋਣੇ ਚਾਹੀਦੇ ਉਹ ਕੋ, ਜੇ 1099 ਤੇ ਵੀ ਮੈਂ ਇਦਾਂ ਇੱਥੇ ਤੇ ਕੰਮ ਕੀਤਾ ਜਾਂ ਲੋਨ ਲਾਇਆ ਜਾਂ ਟਾਈਮ ਸ਼ੀਟ ਭਰਨੀ ਚਾਹੀਦੀ ਆ ਉਹਨੂੰ। ਸੋ ਜੇ ਜੈਨੂਅਨ ਠੀਕ ਹੈਗਾ ਨਾ ਇੰਪਲੋਈ ਜਿਹੜਾ, ਆਈ ਥਿੰਕ ਉਹਦਾ ਹੱਕ ਬਹੁਤ ਆ, ਆਲਮੋਸਟ ਸੇਮ ਐਜ਼ W2 ਦਾ। ਜਿੰਨਾ W2 ਇੰਪਲੋਈ ਆ ਉਨਾ ਹੱਕ ਹੋ ਜਾਂਦਾ ਜੇ ਇੰਪਲੋਇਰ ਨਾ ਆਡਿਟ ਹੋ ਜਾਵੇ, ਉਹ ਸਾਰਾ ਕੁਝ ਚੈੱਕ ਕੀਤਾ ਜਾਵੇ ਵੀ ਉਹਨੇ ਟੈਕਸ ਨਾ ਪੇ ਕੀਤਾ ਜੀ। ਕਰਕੇ ਜਿੱਦਾਂ ਆਪਾਂ ਦੇਖੀਦਾ W2 ਤੇ ਟੈਕਸ ਜਿਹੜਾ ਆਪਾਂ ਦਿੰਦੇ ਆ, ਅੱਧਾ ਇੰਪਲੋਇਰ ਦਿੰਦਾ, ਅੱਧਾ ਇੰਪਲੋਈ ਦਿੰਦਾ। ਜੇ ਉਹ ਨਹੀਂ ਪੇ ਕਰਦਾ ਇੰਪਲੋਇਰ, ਫਿਰ ਆਲਮੋਸਟ ਸਾਰਾ ਟੈਕਸ ਉਹਨੂੰ ਦੇਣਾ ਪੈਂਦਾ। ਫਾਈਨ ਵੀ ਉਹਨੂੰ ਹੁੰਦੀ ਆ। ਅਟਰਨੀ ਫੀ ਜਿਹੜੀ ਹੁੰਦੀ ਆ ਜਿੱਦਾਂ W2 ਵਰਕਰ ਜੇ ਹਾਇਰ ਕਰੇ, ਉਹ ਵੀ ਆਲਮੋਸਟ ਇੰਪਲੋਇਰ ਨੂੰ ਦੇਣੀ ਪੈਂਦੀ ਆ। ਕਰਕੇ ਜਿਹੜਾ ਬਿਜ਼ਨਸ ਆ ਉਹਨੇ ਡਿਸਾਈਡ ਕਰਨਾ ਵੀ ਮੈਂ ਬੰਦਾ ਕਿੱਦਾਂ ਦਾ ਰੱਖਣਾ 1099 ਦਾ W2 ਤੇ। ਇੰਪਲੋਈ ਦਾ ਨਹੀਂ ਕਹਿੰਦਾ ਉਹਨੂੰ ਜਾ ਕੇ ਵੀ ਜੇ ਕਹਿ ਵੀ ਦਵੇ ਵੀ ਮੈਨੂੰ 1099 ਦੇ ਨਾ ਇੰਪਲੋਇਰ ਨੂੰ, ਉਹ ਨਾ ਕਹਿ ਸਕਦਾ ਇੰਪਲੋਇਰ ਜਦੋਂ ਮਰਜੀ ਮੈਂ ਤਾਂ ਸਾਨੂੰ ਵੀ 1099 ਨਹੀਂ ਦੇਣਾ ਵੀ ਤੁਸੀਂ ਸਾਡੇ ਵਰਕਰ ਆ ਵੀ W2 ਦੇਣਾ। ਸੋ ਆਮ ਪ੍ਰੀਟੀ ਸ਼ੋਰ ਯੂ ਨੋ ਲਾਈਕ ਸਾਰੀ ਰਿਸਪਾਂਸਿਬਿਲਿਟੀ ਇੰਪਲੋਇਰ ਤੇ ਜਾਂਦੀ ਆ। ਧੰਨਵਾਦ ਜੀ। ਧੰਨਵਾਦ। ਥੈਂਕ ਯੂ। ਉਹ ਗੱਲ ਤਾਂ ਸਹੀ ਆ, ਪਰ ਪਿਛਲੇ ਸਮੇਂ ਦੌਰਾਨ ਆਪਾਂ ਦੇਖਿਆ ਹੀ ਆ, ਰਮਨ ਜੀ ਨੇ ਵੀ ਦੱਸਿਆ ਵੀ ਜਦੋਂ ਡਰਾਈਵਰ ਮਿਲਦੇ ਨਹੀਂ, ਉਹ ਤਾਂ ਫਿਰ ਜਿਹੜਾ ਬੰਦਾ ਡਰਾਈਵਰੀ ਉੱਥੇ EMPLOYER ਦੇ ਕੋਲ ਜਾਂਦਾ ਸੀ ਕੰਪਨੀ ਕੋ, ਉਹ ਕੰਪਨੀ ਵਾਲੇ ਦੀ ਇੰਟਰਵਿਊ ਲੈਂਦਾ ਸੀ ਵੀ ਜੀ ਤੁਹਾਨੂੰ ਕਿੰਨੇ ਸੈਂਟ ਦਵੋਗੇ, ਹਨਾ ਤੁਹਾਨੂੰ 1099। ਸੋ ਇਹ ਸਪਲਾਈ ਡਿਮਾਂਡ ਵਾਲਾ ਰੌਲਾ, ਠੀਕ ਹੈ ਕਿ ਨਹੀਂ? ਇਹ ਰਿਐਲਿਟੀ ਹੋ ਰਿਹਾ, ਰਿਐਲਿਟੀ ਤਾਂ ਬਹੁਤ ਡਿਫਰੈਂਟ ਹੈ ਨਾ। ਜੀ ਯਾ ਦਿਸ ਸ਼ੁਡ ਬੀ ਹਾਊ ਇਟ ਇਜ਼, ਯੂ ਨੋ, ਪਰ ਏਦਾਂ ਹੈ ਨਹੀਂ ਜੀ। ਹੋਣਾ ਤਾਂ ਇਦਾਂ ਚਾਹੀਦਾ ਪਰ ਹੁੰਦਾ ਨਹੀਂ। ਗੁਰਸ਼ਰਨ ਸਿੰਘ ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਮੇਰਾ ਵੀ ਹੈ ਨਾ 2 ਵਾਰੀ ਐਕਸਪੀਰੀਅੰਸ ਹੋਇਆ ਆ। ਓਨਰ ਸੀਗੇ, ਉਹਨਾਂ ਨੇ ਪੈਸੇ ਮਾਰੇ ਸੀਗੇ। ਸਾਡੇ ਬਹੁਤ ਸਾਰੇ ਭਾਜੀ ਭਰਾ ਆ, ਉਹਨਾਂ ਨੂੰ ਐਕਚੁਅਲੀ ਵਿੱਚ ਪਤਾ ਹੀ ਨਹੀਂ ਗਾ ਵੀ ਅਸੀਂ ਜੇ ਸਾਡੇ ਕਿਸੇ ਨੇ ਪੈਸੇ ਮਾਰੇ ਆ, ਉਹ ਸਹੀ ਹੋਣ ਦੇ ਬਾਵਜੂਦ ਵੀ ਹੈ ਨਾ ਉਹ ਸਹੀ ਹੁੰਦੇ ਆ। ਜੇ ਉਹਨਾਂ ਨੇ ਕੰਮ ਕੀਤਾ ਹੁੰਦਾ ਆ, ਉਹ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕੇਸ ਕਿੱਥੇ ਕਰਨਾ ਤੇ ਅਸੀਂ ਆਪਣੇ ਪੈਸੇ ਲੈਣੇ ਕਿੱਦਾਂ। ਜਦੋਂ ਮੇਰੇ ਐਕਸਪੀਰੀਅੰਸ ਹੋਏ ਸੀਗੇ, ਮੈਨੂੰ ਪੁੱਛਦੇ ਆ ਭਾਜੀ ਕੀ ਕਰਨਾ ਕਿੱਦਾਂ। ਕੁਝ ਬੰਦੇ ਭਾਜੀ ਕਿੱਦਾਂ ਦੇ ਸੀਗੇ 2 ਸਾਲ ਤੋਂ ਉਹਨਾਂ ਦੇ ਪੈਸੇ ਰੋਕੇ ਹੋਏ ਸੀ, ਉਹਨਾਂ ਨੇ ਉਹ ਪੈਸੇ ਹੀ ਨਹੀਂ ਦੇ ਰਹੇ ਉਹਨਾਂ ਦੇ, ਔਰ ਉਹਨਾਂ ਨੂੰ ਪ੍ਰੋਪਰ ਇਨਫੋਰਮੇਸ਼ਨ ਵੀ ਹੈ। ਲੇਬਰ ਕੋਡ ਦਾ ਪਤਾ ਆ ਸਾਰਿਆਂ ਨੂੰ ਵੀ ਲੇਬਰ ਕੋਡ ਇੱਕ ਹੈਗੀ ਆ। ਕਈ ਡਰਦੇ ਹੁੰਦੇ ਆ ਵੀ ਸਾਡੇ ਸ਼ਾਇਦ ਕੇਸ ਲੱਗੇ ਹੋਏ ਆ, ਕੇਸ ਤੇ ਨਾ ਕੋਈ ਇਫੈਕਟ ਪੈ ਜਾਵੇ ਵੀ ਸਾਡੀ ਕੰਪਲੇਂਟ ਕਰ ਦੇਣਗੇ। ਕਈ ਤਾਂ ਬਹੁਤ ਸਾਰੇ ਜਿਹੜੇ ਹੈਗੇ ਉਹ ਇਸੇ ਚੀਜ਼ ਤੋਂ ਡਰ ਮਾਰੇ ਕੋਈ ਕੰਪਲੇਂਟ ਹੀ ਨਹੀਂ ਕਰਦੇ। ਤੇ ਕਿਸੇ ਦੇ ਵੀ ਪੈਸੇ ਮਰੇ ਆ ਤੇ ਤੁਹਾਡੇ ਕੋਲ ਸਾਰੇ ਪ੍ਰੋਪਰ ਡਾਕੂਮੈਂਟ ਹੋਣੇ ਚਾਹੀਦੇ ਆ ਭਾਜੀ, ਉਹ ਤੁਹਾਨੂੰ ਪੈਸੇ ਜ਼ਰੂਰ ਮਿਲ ਜਾਂਦੇ ਆ ਜੀ। ਬਸ ਇਹੀ ਕਹਿਣਾ ਸੀ ਭਾਜੀ, ਧੰਨਵਾਦ।
ਧੰਨਵਾਦ ਜੀ, ਮਿਹਰਬਾਨੀ। ਭਾਜੀ ਜਿਹੜਾ ਮੈਨੂੰ ਟੈਕਸਟ ਇੱਕ ਦੋ ਆਏ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਗੱਲ ਕੀਤੀ ਗਈ ਆ ਕਿ ਡੈਫੀਨੇਟਲੀ 1099 ਦੇ ਜਿਹੜੇ ਪੈਸੇ ਹੈਗੇ ਆ ਉਹ ਮਿਲਦੇ ਹੈਗੇ ਆ, ਈਵਨ ਉਹ 1099 ਤੇ ਹੈਗੇ ਆ ਤਾਂ ਵੀ ਉਹਨਾਂ ਦੇ ਜਿਹੜੇ ਆ ਪੈਸੇ ਮਿਲਦੇ ਆ। ਔਰ ਇੱਕ ਆਪਣੀ ਕੰਪਨੀ ਵੀ ਹੈਗੀ ਆ, ਉਹਨਾਂ ਦੀ ਵੀ ਟੈਕਸਟ ਆਇਆ ਹੈਗਾ, ਉਹ ਕਹਿੰਦੇ ਕਿ ਈਵਨ ਦੋ ਡਰਾਈਵਰ ਨੇ ਆਣ ਕੇ 1099 ਮੰਗਿਆ, ਫਿਰ ਜਦੋਂ ਕੰਮ ਛੱਡ ਕੇ ਗਿਆ ਤੇ ਉਹ ਕੰਮ ਛੱਡ ਕੇ ਜਾ ਕੇ ਉਹਨੇ ਆਪਣਾ EDD ਦੇ ਵਿੱਚ ਕੇਸ ਫਾਈਲ ਕੀਤਾ ਤੇ ਅਲਟੀਮੇਟਲੀ ਸਟਿਲ ਕੰਪਨੀ ਨੂੰ ਹੀ 100% ਰਿਸਪੌਂਸਿਬਲ ਮੰਨਿਆ ਗਿਆ, ਜਦ ਕਿ ਉੱਥੇ ਉਹਨੇ ਕੀਤਾ ਸੀ। ਪਰ ਡੈਫੀਨੇਟਲੀ ਮੈਂ ਕਹੂੰਗਾ ਕਿ ਕੰਪਨੀ ਵੀ ਮਨਾ ਕਰ ਸਕਦੀ ਹੈ, ਨਾ ਕਰ ਸਕਦੀ ਹੈ। ਸੋ ਇਸ ਕਰਕੇ ਜਾਂ 100% ਦੇਖੋ, ਜਿਹੜਾ ਅਗੇਨ ਐਟ ਦ ਐਂਡ ਆਫ ਦਾ ਡੇ ਤੁਸੀਂ ਕਿਸੇ ਨੂੰ ਹਾਇਰ ਕਰਨਾ ਹੈ, ਮੇਰੇ ਖਿਆਲ ਦੇ ਵਿੱਚ ਕੰਪਨੀ ਦਾ ਜ਼ਿਆਦਾ ਰੋਲ ਹੈਗਾ ਕਿ ਉਹਨੂੰ 1099 ਤੇ ਹਾਇਰ ਕਰਨਾ ਕਿ ਨਹੀਂ ਕਰਨਾ। ਜੇ ਕੰਪਨੀਆਂ ਹੁਣ ਜ਼ਰੂਰੀ ਨਹੀਂ ਸਾਰੀਆਂ ਕੰਪਨੀਆਂ 1099 ਦੀ ਆਪਸ਼ਨ ਦਿੰਦੀਆਂ, ਬਹੁਤ ਕੰਪਨੀਆਂ ਇੱਥੇ ਹੈਗੀਆਂ ਆਪਣੀਆਂ ਪੰਜਾਬੀਆਂ ਦੀਆਂ ਜਿਹੜੀਆਂ ਕਿ ਸਿਰਫ W2 ਹੀ ਦਿੰਦੀਆਂ, 1099 ਬਿਲਕੁਲ ਨਹੀਂ ਦਿੰਦੀਆਂ ਹੈਗੀਆਂ। ਸੋ ਉਹਨਾਂ ਦੇ ਕੰਮ ਵੀ ਚੱਲਦੇ ਹੈਗੇ ਆ, ਇਹ ਨਹੀਂ ਵੀ ਉਹਨਾਂ ਦੇ ਕੰਮ ਬੰਦ ਹੋ ਗਏ ਆ ਜਾਂ ਉਹਨਾਂ ਦਾ ਕੋਈ ਇੱਦਾਂ ਦੀ ਚੀਜ਼ ਹੋ ਗਈ ਆ, ਉਹਨਾਂ ਦੇ ਕੰਮ ਵੀ ਚੱਲ ਰਹੇ ਆ, ਸਾਰਾ ਕੁਝ ਹੋ ਰਿਹਾ। ਪਰ ਇਹ ਆ ਕਿ ਜਿਹੜੇ ਐਟ ਦ ਐਂਡ ਆਫ ਦਾ ਡੇ ਸਿਚੁਏਸ਼ਨ ਇਹ ਆ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਵਾਟ ਯੂ ਵਾਂਟ ਟੂ ਡੂ, ਮਤਲਬ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਫਸੇ ਰਹਿ ਜਾਣਾ ਜਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਮੂਵ ਫਾਰਵਰਡ ਕਰਨਾ ਹੈ ਜਾਂ ਵਧੀਆ ਕੰਮ ਕਰਨਾ ਹੈ। ਸੋ ਮੇਰੇ ਖਿਆਲ ਦੇ ਵਿੱਚ ਅਸੀਂ ਜਿਹੜੀ ਨਵੀਂ ਸਾਡੇ ਜਨਰੇਸ਼ਨ ਆਈ ਹੈਗੀ ਆ, ਜਿਹੜੀ ਨਵੀਂ ਸਾਡੀ ਪੀੜ੍ਹੀ ਇੱਥੇ ਆਈ ਹੈਗੀ ਆ, ਉਹਨੂੰ ਇਹ ਚੀਜ਼ ਜਾਣਨ ਦੀ ਲੋੜ ਹੈਗੀ ਆ ਕਿ ਇਹ ਕੰਟਰੀ ਦੇ ਵਿੱਚ ਆਪਣਾ ਫੇਅਰ ਸ਼ੇਅਰ ਜਿਹੜਾ ਦੇਣਾ ਜ਼ਰੂਰੀ ਹੈਗਾ। ਤੁਸੀਂ ਨਹੀਂ ਦਿੰਦੇ, ਤੁਹਾਡਾ ਲਾਈਫ ਟਾਈਮ ਜਿਹੜਾ ਇੱਥੇ ਬੈਨੀਫਿਟਸ ਆ, ਲਾਈਫ ਟਾਈਮ ਤੁਹਾਡੀਆਂ ਚੀਜ਼ਾਂ ਆ, ਤੁਸੀਂ ਕੱਲ੍ਹ ਨੂੰ ਆਪਣੇ ਪਰਿਵਾਰਾਂ ਨੂੰ ਸੱਦਣਾ ਆ, ਤੁਸੀਂ ਕੱਲ੍ਹ ਨੂੰ ਆਪਣਾ ਹੋਰ ਕੁਛ ਕੰਮ ਕਰਨਾ ਆ, ਫਿਰ ਤੁਸੀਂ ਸਪਾਂਸਰਸ਼ਿਪ ਦੇ ਲੈਟਰ ਵਾਸਤੇ, ਸਪਾਂਸਰਸ਼ਿਪ ਵਾਸਤੇ ਆਲੇ ਦੁਆਲੇ ਲੋਕਾਂ ਨੂੰ ਪੁੱਛਦੇ ਫਿਰਦੇ ਆ ਜਾਂ ਕੰਮ ਨਹੀਂ ਹੁੰਦੇ, ਉਦੋਂ ਜਾ ਕੇ ਤੁਹਾਨੂੰ ਇਹ ਪ੍ਰੋਬਲਮਾਂ ਕ੍ਰੀਏਟ ਹੁੰਦੀਆਂ ਤੇ ਉਦੋਂ ਫਿਰ ਟੂ ਲੇਟ ਹੋ ਜਾਂਦਾ। ਉਸ ਤੋਂ ਬਾਅਦ ਤੁਸੀਂ ਕਰ ਕੁਝ ਨਹੀਂ ਸਕਦੇ, ਪਿਛਲੇ ਸਾਲਾਂ ਜਾ ਕੇ ਟੈਕਸ ਨਹੀਂ ਭਰ ਸਕਦੇ। ਸੋ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਨਾ ਰਮਨ ਜੀ, ਮੈਂ ਇੱਕ ਆ ਰਹੀ ਹੈ ਕਿਉਂਕਿ ਮੇਰੇ ਬਿਜ਼ਨਸ 'ਚ ਵੀ ਆ, ਮੈਨੂੰ ਕਾਲਾਂ ਆਉਂਦੀਆਂ ਪਈ ਜੀ, ਜਦੋਂ ਹੁਣ ਤੁਸੀਂ 65 ਸਾਲਾਂ ਦੇ ਹੋ ਜਾਂਦੇ ਤੁਸੀਂ ਮੈਡੀਕੇਅਰ ਲੈਂਦੇ ਆ, ਰਾਈਟ, ਤੁਹਾਨੂੰ ਮੈਡੀਕੇਅਰ ਮਿਲਦਾ ਆ, ਉਹਦੇ ਲਈ 40 ਕੁਆਟਰ ਪੂਰੇ ਹੋਣੇ ਚਾਹੀਦੇ ਆ। ਬਹੁਤ ਸਾਰੇ ਲੋਕ ਇੱਦਾਂ ਦੇ, ਉਹਨਾਂ ਦੇ ਕੁਆਟਰ ਹੀ ਨਹੀਂ ਪੂਰੇ ਹੋਏ, ਕੰਮ ਕਰ ਰਹੇ ਉਹ 20 ਸਾਲ ਤੋਂ, ਕਿਉਂਕਿ ਉਹ 1099 ਤੇ ਕਰਦੇ ਆ, ਰਿਪੋਰਟ ਨਹੀਂ ਕਰਦੇ ਹੈਗੇ, ਉਹਨਾਂ ਦੀ ਸਿਚੁਏਸ਼ਨ ਬਹੁਤ ਬੈਡ ਚੱਲ ਰਹੀ ਹੈਗੀ ਆ। ਸੋ ਕੁਆਟਰ ਵੀ ਤੁਹਾਡੇ ਜਿਹੜੇ ਆ ਉਹ ਪੂਰੇ ਹੋਣੇ ਚਾਹੀਦੇ ਹੈਗੇ ਆ, ਤਦ ਫਿਰ ਮਿਲਦਾ, ਨਹੀਂ ਤਾਂ ਫਿਰ ਸੋਸ਼ਲ ਸਿਕਿਉਰਿਟੀ ਤੁਹਾਨੂੰ ਵਧੀਆ ਮਿਲੂਗੀ ਜਦੋਂ ਰਿਟਾਇਰ ਹੋਵੋਗੇ, ਨਹੀਂ ਤਾਂ ਫਿਰ ਉਨੀ ਕੇ ਮਿਲਣੀ ਜਿੰਨੀ 500-700 ਜਿਹੜੀ ਹੁੰਦੀ ਹੈਗੀ ਆ, ਉਹਦੇ ਨਾਲ ਬੰਦੇ ਦਾ ਕੀ ਗੁਜ਼ਾਰਾ ਹੋਣਾ। ਜਿਹੜਾ ਤੁਸੀਂ ਪਹਿਲਾਂ ਟੈਕਸ ਕੱਟੋਗੇ ਉਹੀ ਤੁਹਾਨੂੰ ਟੈਕਸ ਜਿਹੜਾ ਬਾਅਦ ਦੇ ਵਿੱਚ ਮਿਲ ਜਾਣਾ ਹੈ ਜੀ। ਅਗਲੇ ਕਾਲਰ ਨੇ ਬਲਵਿੰਦਰ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਪੁੱਛਣਾ ਸੀ ਵੀ ਜਿੱਦਾਂ ਡਰਾਈਵਰ ਕੰਮ ਕਰਦਾ W2 ਦੇ ਉੱਪਰ ਜੀ, ਤੇ ਜਿਹੜਾ ਇੰਪਲਾਇਰ ਆ, ਡਰਾਈਵਰ ਕੰਮ ਕਰਦਾ 6000 ਦਾ, ਇੰਪਲਾਇਰ ਉਹਨੂੰ ਸਿਰਫ ਦਿੰਦਾ 2500 ਦਾ W2 ਤੇ ਬਾਕੀ ਉਹਨੂੰ ਉੱਦਾਂ ਚੈੱਕ ਦੇ ਦਿੰਦਾ। ਉਹ 'ਚ ਕੋਈ ਹੈਗਾ ਕੋਈ ਪਰ ਡੀਐਮ ਕਹਿੰਦੇ ਕੀ ਆ, ਉਹ ਲੀਗਲ ਹੈ ਜੀ ਇੱਦਾਂ? ਪਰ ਡੀਐਮ ਇੱਕ ਸੈੱਟ ਅਮਾਊਂਟ ਹੈਗਾ ਜੀ, ਉਹਨਾਂ ਦੇ ਸਕਦੇ ਆ। ਜਿਹੜੀਆਂ ਨਾਈਟਸ ਤੁਸੀਂ ਰੋਡ ਤੇ ਰਹੇ ਹੈਗੇ ਆ, ਉਸ ਨਾਈਟ ਦਾ ਆਈ ਥਿੰਕ ਹਰਜੋਤ ਭਾਜੀ $74 ਜਾਂ ਇੱਥੇ ਕੁਛ ਹੈਗਾ ਆ, ਇੱਥੇ ਗਏ ਆ। ਹਾਂਜੀ ਹਾਂ, ਉਹ ਪਰ ਟਾਈਮ ਦਾ ਮਤਲਬ ਇਹ ਆ ਵੀ ਰਹਿਣ ਦਾ ਖਰਚਾ ਨਾ ਜਾਂ ਕਿਤੇ ਰੋਟੀ ਪਾਣੀ ਦਾ ਖਰਚਾ, ਇਹ ਆ ਨਾ ਕਿ ਜੇ ਤੁਸੀਂ 10 ਰਾਤਾਂ ਬਾਹਰ ਰਹੇ ਹੈਗੇ ਆ ਹਾਂਜੀ ਉਹਦੇ ਹਿਸਾਬ ਦੇ ਨਾਲ ਤੁਹਾਡਾ ਓਨਾ ਬਣਨਾ ਚਾਹੀਦਾ। ਜੇ ਉਸ ਤੋਂ ਵੱਧ ਦਿੰਦੇ ਆ ਦੈਨ ਦੈਟ ਇਜ਼ ਰੋਂਗ। ਹੁਣ ਮੈਂ ਕਈ ਕੰਪਨੀਆਂ ਦੇਖੀਆਂ ਉਹ $150 ਕੱਟੀ ਜਾਂਦੀਆਂ, ਪਰ ਡੀਐਮ ਦਾ ਬਣਾ ਕੇ ਦੇਈ ਜਾਂਦੀਆਂ। ਇਟਸ ਨਾਟ ਰਾਈਟ, ਉਹ ਅਗੇਂਸਟ ਹੈਗਾ ਲਾਅ। ਹਾਂਜੀ, ਪਰ ਨਹੀਂ ਭਾਜੀ, ਇਹ ਤਾਂ ਉਹਨਾਂ ਨੇ ਕੰਪਨੀਆਂ ਨੇ ਤਾਂ ਪੱਕਾ ਹੀ ਸੈੱਟ ਕੀਤਾ ਵੀ ਤੈਨੂੰ 3000 ਦੀ ਚੈੱਕ ਅਸੀਂ ਦੇ ਦੇਣੀ ਆ W2 ਦੇ ਅੰਡਰ, ਤੇ ਬਾਕੀ ਪਰ ਡੀਐਮ ਬਣਾ ਕੇ ਤਾਂ ਜੁਦੀ ਚੈੱਕ ਦੇ ਦੇਣੀ ਆ। ਉਹ ਤਾਂ ਪੱਕੀ ਆ ਵੀ 3000 ਚੈੱਕ ਦੇਣੀ ਆ। ਉਹਨਾਂ ਨੂੰ ਨਹੀਂ ਪਤਾ ਕਿੰਨੀਆਂ ਨਾਈਟਾਂ ਬਾਹਰ ਆ, ਕੀ ਕੀਤਾ ਉਹਨੇ ਕੀ ਨਹੀਂ ਕੀਤਾ। ਉਹਨੇ ਸਿਰਫ ਇਹ ਕੀਤਾ ਵੀ W2 ਤੈਨੂੰ 2500 ਜਾਂ 3000 ਦਾ ਅਸੀਂ ਦੇ ਦੇਣਾ ਹੈ ਚੈੱਕ। ਸੋ ਆਪਣੀ ਇੰਪਲੋਇਰ ਫਿਰ ਆਪਣੀ ਲਾਇਬਿਲਿਟੀ ਘਟਾ ਰਿਹਾ ਰਮਨ ਜੀ, ਟੈਕਸ ਘਟਾ ਰਿਹਾ, ਨੈਚੁਰਲੀ ਇੰਸ਼ੋਰੈਂਸ ਦੇ ਰੇਟ ਘਟ ਰਹੇ ਆ। ਬਹੁਤ ਜਿਹੜੀ ਪ੍ਰੋਬਲਮ ਆ ਉਹ ਇਸ ਕਰਕੇ ਆ ਰਹੀ ਆ ਕਿ ਤੁਹਾਡਾ ਜਿਹੜਾ ਵਰਕਰਸ ਕਾਂਪ ਆ ਉਹ ਤੁਹਾਡੇ ਪੇਰੋਲ ਤੇ ਜਾਣੀ ਆ, ਜਿੰਨੀ ਪੇਰੋਲ ਆ ਉਨੀ ਆ। ਵਰਕਰਸ ਕਾਂਪ ਦੀ ਪੇਮੈਂਟ ਘਟਾਉਣ, ਦੇਖੋ ਜਦੋਂ ਤੁਸੀਂ ਇਹ ਕੰਮ ਕਰਦੇ ਆ ਨਾ, ਇਹਦੇ ਵਿੱਚ ਤੁਸੀਂ ਕੀ ਹੁੰਦਾ ਕਿ ਤੁਸੀਂ
ਇੱਕ ਹੁੰਦਾ ਕਿ ਤੁਸੀਂ ਪੇ ਨਹੀਂ ਕਰ ਰਹੇ ਟੈਕਸ, ਠੀਕ ਆ, ਇੱਕ ਹੁੰਦਾ ਅੰਡਰ ਪੇ ਕਰ ਰਹੇ ਆ, ਠੀਕ ਆ। ਸੋ ਜਿਹੜਾ ਪੇ ਨਹੀਂ ਕਰ ਰਹੇ ਆ ਉਹ ਸ਼ਾਇਦ ਹੋ ਸਕਦਾ ਜ਼ਿਆਦਾ ਦੇਰ ਤੱਕ ਬਚਿਆ ਰਹਿ ਸਕੇ ਕਿਉਂਕਿ ਉਹ ਰਾਜ 'ਚ ਨਹੀਂ ਹੈਗਾ। ਜਿਹੜਾ ਅੰਡਰ ਪੇ ਕਰ ਰਿਹਾ ਨਾ ਉਹ ਐਕਚੁਅਲੀ ਜਲਦੀ ਕੁਇਕਲੀ ਗੇੜ 'ਚ ਆਉਣਾ, ਕਿਉਂਕਿ ਐਟ ਦਾ ਈਅਰ ਐਂਡ ਜਦੋਂ ਉਹਨਾਂ ਦਾ ਜਾ ਕੇ ਉਹ ਹੁੰਦਾ ਆ ਆਪਣਾ ਵਰਕਸ ਕਾਮ ਦਾ ਆਡਿਟ ਹੋਣਾ, ਕਿਉਂਕਿ ਜਿਹੜਾ WTO ਲਿਆ ਉੱਤੇ ਵਰਕਸ ਕਾਮ ਤਾਂ ਲੈਣੀ ਪੈਣੀ ਹੈ। ਸੋ ਜਿੱਦਣ ਵਰਕਸ ਕਾਮ ਦਾ ਆਡਿਟ ਹੋਣਾ ਉਦਣ ਉਹਨਾਂ ਨੇ ਤੁਹਾਡੀ ਗ੍ਰੋਸ ਰੈਵਨਿਊ ਦੇਖਣਾ ਤੇ ਗ੍ਰੋਸ ਰੈਵਨਿਊ ਦੇ ਨਾਲ ਤੁਹਾਡਾ ਸਾਰਾ ਕੁਝ ਮੈਚ ਕਰਕੇ ਦੇਖਣਾ। ਸੋ ਹੁਣ ਨਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਤੁਸੀਂ ਗੂਗਲ ਸਰਚ ਕਰ ਲਿਓ US ਜਨਰਲ ਸਰਵਿਸ ਐਡਮਿਨਿਸਟ੍ਰੇਸ਼ਨ ਤੇ ਜਾ ਕੇ, ਉਹਨੇ ਨਾ ਫਿਕਸ ਰੇਟ ਸੈੱਟ ਕੀਤੇ ਹੋ ਆ ਸਾਰੇ। 2023 ਦਾ ਪਰ ਡੇਮ ਰੇਟ ਜਿਹੜਾ ਲੌਜਿੰਗ ਦਾ ਆ, ਮੈਂ ਐਗਜ਼ਾਮਪਲ ਕਾਉਂਟੀ ਵਾਈਜ਼ ਆ ਉਹ ਸਾਰੇ, ਕਾਉਂਟੀ ਵਾਈਜ਼ ਜੀ ਆ, ਕਾਉਂਟੀ ਵਾਈਜ਼। ਜੇ ਤੁਸੀਂ ਫ੍ਰਿਜ਼ਨੋ ਚ ਰਹਿੰਦੇ $113 ਇੱਕ ਦਿਨ ਦਾ ਆ, ਠੀਕ ਹੈ। ਮੀਲ ਤੇ ਇਨਸੀਡੈਂਟਲ ਉਹ 74 ਆ, ਉਹ 100 ਤੋਂ ਥੱਲੇ ਆ। ਦੂਜੇ ਜਿਹੜੇ ਲੌਜਿੰਗ ਦੇ ਆ ਉਹ ਸਾਰੇ 100 ਤੋਂ ਉੱਤੇ ਹੀ ਆ ਸਾਰੇ। ਜੀ ਤੇ $50 ਹੈਗਾ ਜਿੱਦਾਂ ਲੰਚ ਡਿਨਰ ਜੇ ਉਹ, ਤੇ 113 ਤਾਂ 50 ਹੋ ਗਏ, 163 ਜਾਂ 64। ਹੁਣ ਤੁਸੀਂ ਦੇਖੋ ਵੀ ਜੇ ਇੱਕ ਦਿਨ ਦਾ 164 ਆ ਤਾਂ ਕਿੰਨੇ ਦਿਨ ਤੁਸੀਂ ਜਿਹੜੇ ਮਹੀਨੇ ਚ ਬਾਹਰ ਹੈਗੇ ਆ, ਹਨਾ, ਤੂੰ 30 ਦਿਨ ਤਾਂ ਬਾਹਰ ਨਹੀਂ ਹੈਗੇ, ਠੀਕ ਆ ਕਿ ਨਹੀਂ। ਸੋ ਇਹ ਤੋਂ ਅੰਦਾਜ਼ਾ ਲਾ ਲਓ ਵੀ ਕਿੰਨਾ ਕੁ ਜਿਹੜਾ ਕੱਟ ਹੋ ਸਕਦਾ ਕਿ ਨਹੀਂ, ਰਮਨ ਜੀ। ਜਿਹੜਾ ਜੀ ਦੇਖੋ ਤੁਹਾਡਾ ਜਿਹੜਾ CPA ਹੈਗਾ, ਬੁੱਕ ਕੀਪਰ ਹੈਗਾ, ਉਹ ਤੁਹਾਨੂੰ ਦੱਸ ਸਕਦਾ ਪਰ ਡੀਐਮ ਕਿੰਨਾ ਹੈਗਾ। ਤੁਸੀਂ ਆਨਲਾਈਨ ਚੈੱਕ ਕਰ ਸਕਦੇ ਪਰ ਡੀਐਮ ਕਿੰਨਾ ਹੈਗਾ, ਤੁਸੀਂ ਕਿੰਨੀਆਂ ਰਾਤਾਂ ਬਾਹਰ ਰਹੇ ਹੈਗੇ ਤੁਹਾਨੂੰ ਪਤਾ। ਸਭ ਤੋਂ ਪਹਿਲਾਂ ਉਹ ਪਤਾ ਹੋਣਾ ਚਾਹੀਦਾ, ਫੇਰ ਹੀ ਪਰ ਡੀਐਮ ਲੱਭਣਾ ਹੈ, ਠੀਕ ਹੈ ਨਾ। ਸੋ ਪਰ ਡੀਐਮ ਜਿਹੜਾ ਹੈਗਾ ਉਹ ਡੈਫੀਨੇਟਲੀ ਤੁਹਾਨੂੰ ਪਤਾ ਹੋਣਾ ਚਾਹੀਦਾ। ਔਰ ਜੇ ਐਕਸੈਸਿਵ ਤੋਂ ਬੇਸਿਕਲੀ ਜੇ ਤੁਹਾਨੂੰ ਐਕਸੈਸਿਵ ਕੈਸ਼ ਦੇ ਵਿੱਚ ਮਿਲ ਰਿਹਾ ਹੈਗਾ ਤੇ ਉਹ ਤੁਹਾਡੀ ਆਪਣੀ ਰਿਸਪੌਂਸਿਬਿਲਿਟੀ ਕੱਲ੍ਹ ਨੂੰ ਟੈਕਸ ਦੀ ਵੀ। ਤੇ ਦੂਸਰੀ ਚੀਜ਼ ਇਹ ਹੈਗੀ ਆ ਕਿ ਕੰਪਨੀ ਵੀ ਉਸ ਚੀਜ਼ 'ਚ ਹੁਸ਼ਿਆਰ ਰਵੇ, ਕਿਉਂਕਿ ਕੰਪਨੀ ਹੁਣ ਅੰਡਰ ਪੇ ਕਰ ਰਹੀ ਆ। ਸੋ ਅੰਡਰ ਰਿਪੋਰਟਿੰਗ ਜਿਹੜੀ ਆ ਉਹ ਐਕਚੁਅਲੀ ਮੋਰ ਡੇਂਜਰਸ ਹੈਗੀ ਆ ਦੈਨ ਨਾਟ ਰਿਪੋਰਟਿੰਗ। ਜੀ ਬਿਲਕੁਲ। ਥੈਂਕ ਯੂ ਬਲਵਿੰਦਰ ਜੀ। ਹਾਂਜੀ, ਥੈਂਕ ਯੂ ਜੀ। ਉਹ ਟੈਕਸਸ ਵਾਲਿਆਂ ਦਾ ਵੀ ਹੁਣ ਕਈ ਜਿਹੜੇ ਟੈਕਸ ਵਾਲੇ ਉਹਨਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ, ਉਹ ਕਹਿੰਦੇ ਜੀ ਬੰਦਾ ਟੈਕਸ ਭਰਾਉਣ ਆਊਗਾ, ਕਹਿੰਦਾ ਵੀ ਮੈਂ ਜੀ 5000 ਦੇਣਾ, ਉਹ ਵੀ ਕੀ ਕਰਨਾ ਹੈ ਨਾ। ਸੋ ਸਿਚੁਏਸ਼ਨ ਜਿਹੜੀ ਹੈ 1099 ਸਾਰੇ ਪਾਸੇ ਇਦਾਂ ਹੀ ਚੱਲਦੀ ਹੈਗੀ ਆ। ਪਰ ਜਿਸ ਹਿਸਾਬ ਨਾਲ ਹੁਣ ਬਾਈਡਨ ਉਹਨਾਂ ਨੇ IRS ਨੂੰ ਕਾਫੀ ਪੈਸੇ ਦਿੱਤੇ ਆ, ਆਡਿਟਿੰਗ ਕਾਫੀ ਹੋਣੀ ਆ। ਜਿਹੜਾ CPA ਹੈਗਾ ਉਹਦਾ ਵੀ ਕੋਈ ਐਥਿਕ ਹੈਗਾ, ਠੀਕ ਹੈ ਨਾ। ਕੱਲ ਨੂੰ ਤਾਂ ਫਿਰ ਇਸ ਹਿਸਾਬ ਨਾਲ ਤਾਂ ਫਿਰ ਕੱਲ ਨੂੰ ਆਪਾਂ ਡਾਕਟਰ ਦੇ ਜਾ ਕੇ ਕਵਾਂਗੇ ਭਾਈ ਇੰਨੇ ਡੋਜ਼ ਲਾ ਦੇ। ਨਹੀਂ ਉਹ ਤਾਂ ਇਦਾਂ ਹੀ ਆ, ਪਰ ਉਹ ਕਹਿੰਦੇ ਸਾਨੂੰ ਇਦਾਂ ਆ ਹਨਾ, ਕਰੂਗਾ ਤਾਂ ਅਗਲੇ ਨੇ ਆਪਣਾ ਲਾਇਸੈਂਸ ਥੋੜਾ ਕੋਈ ਗਵਾਣਾ ਆ, ਜਾਂ ਕੱਲ ਨੂੰ ਆਡਿਟ ਹੋ ਗਿਆ ਫਿਰ ਪ੍ਰੋਬਲਮ ਚ ਆਣਾ, ਠੀਕ ਹੈ। ਨਹੀਂ ਮੈਂ ਤਾਂ ਤੁਹਾਨੂੰ ਦੱਸਦਾ ਨਾ, ਫਿਰ ਤਾਂ ਕੱਲ ਨੂੰ ਆਪਾਂ ਡਾਕਟਰ ਨੂੰ ਵੀ ਕਵਾਂਗੇ ਡੋਜ਼ ਡਬਲ ਲਾ ਦੇ, ਮੈਂ ਛੇਤੀ ਠੀਕ ਹੋਣਾ। ਜੀ ਜੀ ਬਿਲਕੁਲ। ਸੋ ਇਹ ਚੀਜ਼ਾਂ ਤੋਂ ਬਚਾਅ ਕਰਨਾ ਚਾਹੀਦਾ। ਦੇਖੋ ਕਿ ਇੱਦਾਂ ਲੱਗਦਾ ਹੁੰਦਾ ਵੀ ਹੁਣ ਆਪਾਂ ਜੇ ਇੱਦਾਂ ਕਰਾਂਗੇ ਤਾਂ ਪਤਾ ਨਹੀਂ ਕਿੰਨੇ ਕੁ ਬਚਾ ਲੈਣੇ ਜਾਂ ਕਿੰਨੇ ਕੁ ਇੱਦਾਂ ਹੋ ਜਾਣਾ ਵੀ ਕਿਹੜਾ ਇਹਨਾਂ ਨੂੰ ਪਤਾ ਨਹੀਂ ਲੱਗਣਾ। ਉਹਨਾਂ ਨੇ ਬੜੇ ਚੈੱਕਸ ਐਂਡ ਬੈਲੈਂਸਿਸ ਕਈ ਥਾਂ ਦੇ ਉੱਤੇ ਲਾਏ ਹੋਏ ਆ। ਨਾਲੇ ਇਹ ਫਿਰ ਬਾਅਦ ਦੇ ਵਿੱਚ ਬਹੁਤ ਅੱਗੇ ਮੁਸ਼ਕਿਲ ਹੋਰ ਵੱਧਦੀ ਆ। ਜਿੰਨਾ ਕਿਹਾ ਨਹੀਂ ਜਾਂਦਾ ਵੀ ਲੁਕਿੰਗ ਓਵਰ ਦਾ ਸ਼ੋਲਡਰ ਆਲ ਦਾ ਟਾਈਮ, ਉਹ ਫਿਰ ਬੰਦਾ ਉਸੇ ਹਿਸਾਬ 'ਚ ਹੀ ਰਹਿੰਦਾ ਵੀ ਪਿੱਛੇ ਮੁੜ ਕੇ ਦੇਖਦਾ ਰਹਿੰਦਾ, ਕੋਈ ਅੱਜ ਤਾਂ ਨਹੀਂ ਫਸੇ, ਅੱਜ ਤਾਂ ਨਹੀਂ ਪਤਾ ਲੱਗ ਗਿਆ, ਇੱਦਾਂ ਤਾਂ ਨਹੀਂ ਹੋ ਗਿਆ। ਸੋ ਉਹਦੇ ਨਾਲੋਂ ਜੇ ਤੁਸੀਂ ਸਾਰਾ ਕੁਛ ਆਪਣੀਆਂ ਲਾਇਬਿਲਿਟੀਆਂ ਕਰਕੇ ਹਿਸਾਬ ਦੇ ਨਾਲ ਸਾਰੇ ਜਾਣੇ ਠੀਕ ਚੱਲੋ ਤਾਂ ਉਹਦੇ ਨਾਲ ਫਾਇਦਾ ਹੀ ਜਿਹੜਾ ਹੁੰਦਾ। ਦੇਖੋ ਟੈਕਸ ਲਾ ਨੂੰ ਵਰਤਣਾ ਤੇ ਉਹ ਚੀਜ਼ ਹੋਰ ਹੁੰਦੀ ਆ ਵੀ ਤੁਸੀਂ ਟੈਕਸ ਦੇ ਹਿਸਾਬ ਦੇ ਨਾਲ ਚੱਲ ਰਹੇ, ਜੋ ਕਾਨੂੰਨ ਕਹਿੰਦਾ ਉਸ ਹਿਸਾਬ ਦੇ ਨਾਲ ਕਰ ਰਹੇ, ਉਹਦੇ ਵਿੱਚ ਤੁਸੀਂ ਕਿੱਦਾਂ ਬੈਨੀਫਿਟ ਲੈ ਸਕਦੇ ਹੋ, ਇੱਕ ਡਿਫਰੈਂਟ ਸਟੋਰੀ ਆ। ਪਰ ਤੁਸੀਂ ਜਾਣ ਕੇ ਧੱਕਾ ਕਰੋ ਉੱਤੋਂ ਦੀ ਜਾ ਕੇ ਵਲ ਕੇ ਵੀ ਉਹਨਾਂ ਨੂੰ ਪਤਾ ਨਹੀਂ ਲੱਗੂਗਾ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਮੁਸ਼ਕਲ ਫਿਰ ਆਉਂਦੀ ਆ ਤੇ ਉਹ ਫਿਰ ਇਵੈਂਚੁਅਲੀ ਤੁਹਾਨੂੰ ਕੈਚ ਅਪ ਹੋ ਜਾਂਦੀ ਹੈ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇਖੋ ਇਹ W2 ਦੀ ਜਿਹੜੀ ਸਿਚੁਏਸ਼ਨ ਹੈ ਨਾ, ਇਹ ਬਹੁਤ ਮੈਨੂੰ ਪਿਛਲੇ ਇਸ ਹਫ਼ਤੇ ਦੇ ਵਿੱਚ ਮੇਰੇ ਖਿਆਲ 3-4 ਵਾਰੀ ਕਾਲ ਆਈ ਹੈ ਕਿ ਭਾਈ ਤੁਸੀਂ ਰੇਡੀਓ ਤੇ ਗੱਲ ਕਰੋ ਇਸ ਬਾਰੇ 'ਚ W2 ਦੇ ਇਹਦੇ ਬਾਰੇ 'ਚ। ਮੈਂ ਕਿਹਾ ਭਰਾਵਾ ਸਾਡਾ ਕੋਈ ਪ੍ਰੋਗਰਾਮ ਨਹੀਂ ਹੋਣਾ ਜਿਹਦੇ 'ਚ ਅਸੀਂ W2 1099 ਬਾਰੇ ਗੱਲ ਨਹੀਂ ਕੀਤੀ ਹੋਣੀ, ਠੀਕ ਹੈ ਨਾ। ਮੇਰੇ ਖਿਆਲ ਜਿੰਨੀ ਵਾਰੀ ਆਪਾਂ ਇੱਥੇ ਰੇਡੀਓ ਤੇ ਪਿਛਲੇ 3 ਸਾਲਾਂ ਦੇ 4 ਸਾਲਾਂ ਦੇ ਵਿੱਚ ਇਹ ਗੱਲ ਕਰ ਚੁੱਕੇ ਆ, ਮੈਨੂੰ ਮੈਦ ਨਹੀਂ ਲੱਗਦਾ ਵੀ ਕਿਸੇ ਵੀ ਥਾਂ ਤੇ ਇੰਨੀ ਇਹਦੀ ਚਰਚਾ ਹੋਈ ਹੋਵੇ W2 1099 ਦੀ, ਠੀਕ ਹੈ ਨਾ। ਸੋ ਆਈ ਥਿੰਕ ਆਈ ਡੋਂਟ ਨੋ ਕੀ ਸਿਚੁਏਸ਼ਨ ਹੈਗੀ ਆ, ਕੀ ਸੋਚ ਹੈਗੀ ਆ ਇਹ ਸੋਚਣ ਦੇ ਪਿੱਛੇ ਵੀ ਟੈਕਸ ਕਿੰਨਾ ਕੱਟਿਆ ਜਾਂਦਾ ਆ, ਇੰਨਾ ਜ਼ਿਆਦਾ ਟੈਕਸ ਕੱਟਿਆ ਜਾਂਦਾ ਆ। ਟੈਕਸ ਤੁਸੀਂ ਨਹੀਂ ਪੇ ਕਰੋਗੇ, ਇਵੈਂਚੁਅਲੀ ਇਟ ਵਿਲ ਕੈਚ ਅਪ, ਇਵੈਂਚੁਅਲੀ ਤੁਹਾਡੇ ਨਾਲ ਕੈਚ ਅਪ ਹੋ ਜਾਣਾ ਆ। ਔਰ ਗੱਲ ਇੱਦਾਂ ਨਾ ਕਿ ਜੇ ਤੁਸੀਂ ਟੈਕਸ ਪੇ ਕਰਦੇ ਆ
ਤੁਹਾਡੇ ਕੋਲੋਂ ਜਦੋਂ ਤੁਸੀਂ ਕਾਰ ਲੈਣ ਜਾਣੀ ਆ, ਘਰ ਲੈਣ ਜਾਣਾ ਆ, ਕੁਝ ਵੀ ਲੈਣਾ ਆ, ਤੁਹਾਨੂੰ ਕੋਈ ਮੇਜਰ ਕੁਐਸਚਨ ਅਗਲਾ ਪੁੱਛਦਾ ਹੀ ਨਹੀਂਗਾ। ਜੀ ਠੀਕ ਆ, ਤੁਹਾਡੇ ਪੇ ਸਟੱਬਾਂ ਤੇ ਜਾਂ ਤੁਹਾਡੇ ਵਿਦਨ ਲਾਈਕ 1 ਸਾਲ ਦੇ ਟੈਕਸ ਰਿਟਰਨ ਜਾਂ ਪੇ ਸਟੱਬਾਂ ਦੇ ਉੱਤੇ ਹੀ ਤੁਹਾਡਾ ਸਾਰਾ ਕੁਝ ਹੋ ਜਾਂਦਾ ਹੈ। ਬਿਲਕੁਲ ਸਾਨੂੰ ਟੈਕਸ ਤੱਕ ਨਹੀਂ ਦਿਖਾਉਣਾ ਪੈਂਦਾ। ਜੇ ਤੁਸੀਂ ਜਾਓ ਉੱਥੇ ਸੈਲਫ ਇੰਪਲੋਇਡ ਬਣ ਕੇ ਤੁਹਾਡਾ ਸਾਰਾ ਕੁਝ ਦੇੜ ਕੇ ਰੱਖ ਦਿੰਦੇ ਆ, ਟੈਕਸ 2 ਸਾਲ ਦੇ, ਬੈਂਕ ਦੀਆਂ ਸਟੇਟਮੈਂਟਾਂ, ਇਹ ਉਹ, ਮਤਲਬ ਤੁਸੀਂ ਕੀ ਚੀਜ਼ਾਂ ਪੇਸ਼ ਕਰਦੇ ਆ, ਤਾਂ ਵੀ ਜਾ ਕੇ ਤੁਹਾਨੂੰ ਉਹ ਇੰਟਰਸਟ ਰੇਟ ਨਹੀਂ ਮਿਲਦਾ ਜਿਹੜਾ W2 ਵਾਲੇ ਨੂੰ ਮਿਲਦਾ। ਜੀ ਬਿਲਕੁਲ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਫਰਕ ਰਹਿੰਦਾ ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਰਮਨ ਜੀ ਧੰਨਵਾਦ, ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਜਾਂਦੇ ਆਪਾਂ ਜ਼ਰੂਰ ਰਾਜਕਨਵੀਰ ਸਿੰਘ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈਗਾ, ਉਹਦੀ ਜ਼ਰੂਰ ਜਾਣਕਾਰੀ ਦੇ ਦਈਏ ਜੀ। ਸੈਟਰਡੇ ਨੂੰ ਓਕਲੈਂਡ ਤੋਂ ਜਿਹੜੀ ਇਹ ਸ਼ੁਰੂ ਹੋਣੀ ਆ, ਸ਼ੋਰ ਲਾਈਨ ਤੋਂ, ਤੇ ਇਹ ਪਹੁੰਚਣੀ ਆ ਜੀ ਭਾਰਤ ਦੇ ਜਿਹੜਾ ਦੂਤਾਵਾਸ ਆ ਉੱਥੇ ਤੱਕ। ਇਹ ਆਉਂਦੀ ਸ਼ਨੀਚਰਵਾਰ ਨੂੰ, ਯਾਨੀ ਕਿ ਪਰਸੋਂ ਨੂੰ ਹੈਗਾ ਆ, 9 ਤਰੀਕ ਨੂੰ ਰੱਖਿਆ ਗਿਆ ਆ। ਸੋ 10-11 ਵਜੇ ਤੱਕ ਪਹੁੰਚੋ ਉੱਥੇ, ਤੇ 2 ਵਜੇ ਤੱਕ ਉੱਥੇ ਜਾ ਕੇ ਫਿਰ ਇੰਡੀਆ ਦਾ ਜਿਹੜਾ ਕੌਂਸੂਲੇਟ ਆ ਉਸ ਦੇ ਬਾਹਰ ਤੱਕ ਪਹੁੰਚ ਕੇ ਜਿਹੜੀ ਉਸ ਦੀ ਸਮਾਪਤੀ ਹੋਣੀ ਆ। ਜੀ ਉੱਥੇ ਲੰਗਰ ਦਾ ਪ੍ਰਬੰਧ ਵੀ ਖਬਰ ਆਈ ਹੈ ਵੀ ਜਾਣਕਾਰੀ ਦਿੱਤੀ ਹੈ, ਫਰੀਦਕੋਟ ਗੁਰਦੁਆਰਾ ਸਾਹਿਬ ਵੱਲੋਂ ਜਾ ਰਿਹਾ। ਤੇ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਇਸ ਟਾਈਮ ਉਹ ਹਰਿਆਣਾ ਦੇ ਬਾਰਡਰ ਤੇ ਬੈਠੇ ਹੈਗੇ ਆ, ਤੇ ਇਹ ਜਿਹੜਾ ਪ੍ਰੋਟੈਸਟ ਆ ਹੋ ਰਿਹਾ ਆ, ਲਗਭਗ ਸਾਰੀਆਂ ਜਥੇਬੰਦੀਆਂ ਰਲ ਕੇ ਜਿਹੜਾ ਆ ਇਹ ਪ੍ਰੋਟੈਸਟ ਕਰ ਰਹੀਆਂ। ਸਿੰਬੋਲਿਕ ਹੀ ਆ ਇੱਕ ਤਰ੍ਹਾਂ ਨਾਲ, ਉਹਨਾਂ ਨੂੰ ਜਿਹੜਾ ਜਿੱਦਾਂ ਪਿਛਲੀ ਵਾਰੀ ਸਪੋਰਟ ਕੀਤੀ ਸੀ ਉਸੇ ਤਰੀਕੇ ਦੇ ਨਾਲ ਹੀ ਆ। ਤੇ ਅੱਜ ਤੇ ਵੀ ਰਿਪੋਰਟ ਸੀਗੀਆਂ ਵੀ ਜਿਹੜੇ ਕਹਿੰਦੇ ਸੀ ਵੀ ਦਿੱਲੀ ਚਲੋ ਦਾ ਜਿਹੜਾ ਨਾਰਾ ਵੀ ਰੇਲ ਤੇ ਆਓ ਤਾਂ ਉੱਥੋਂ ਆਓ, ਹੋਰ ਸੂਬਿਆਂ ਦੇ ਵਿੱਚ ਵੀ ਜਿਹੜੇ ਕਿਸਾਨਾਂ ਨੂੰ ਟ੍ਰੇਨ ਤੋਂ ਲਾਹ ਕੇ ਕਹਿੰਦੇ ਡਿਟੇਨ ਕੀਤਾ ਜਾ ਰਿਹਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ। ਸੋ ਇਹ ਕਿਸਾਨ ਮਜ਼ਦੂਰ ਏਕਤਾ ਦੇ ਨਾਂ ਦੇ ਹੇਠ ਜਿਹੜੀ ਕਿਸਾਨ ਫਾਰਮਰ ਰੈਲੀ ਆ ਉਹ ਹੋਣੀ ਆ ਹਾਰਬਰ ਸ਼ੋਰਲਾਈਨ ਪਾਰਕ ਓਕਲੈਂਡ ਤੋਂ, ਤੇ ਕੌਂਸੂਲੇਟ ਜਿਹੜਾ ਇੰਡੀਆ ਦਾ ਸੈਨ ਫਰਾਂਸਿਸਕੋ ਦੇ ਵਿੱਚ ਉੱਥੇ ਜਾ ਕੇ ਜਿਹੜੀ ਇਹ ਸਮਾਪਤ ਹੋਣੀ ਆ। 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਜਿਹੜੀ ਰੈਲੀ ਆ ਇਹ ਰੱਖੀ ਗਈ ਹੈ, ਕਾਰ ਰੈਲੀ ਆ। ਕੱਲਾ ਜਿਹੜਾ ਕਿਸਾਨ ਮੋਰਚਾ ਨਹੀਂ, ਬੰਦੀ ਸਿੰਘਾਂ ਕਿਸਾਨਾਂ ਦਾ ਨਹੀਂ, ਜਿੰਨੇ ਵੀ ਕੋਈ ਮਾੜਾ ਮੋਟਾ ਸਿੰਪਥੀ ਫੀਲ ਕਰਦਾ ਹੈਗਾ, ਜਰਨਲਿਸਟ ਹੈਗੇ ਆ, ਉਹਨਾਂ ਸਾਰਿਆਂ ਦੇ ਜਿਹੜੇ ਅਕਾਊਂਟ ਬੰਦ ਕਰ ਦਿੱਤੇ ਗਏ ਆ। ਜਿਹੜਾ ਸਾਡਾ ਖੁਦ ਦਾ ਜਰਨਲਿਸਟ ਮਨਦੀਪ ਪੁਨੀਆ, ਉਹਦੇ ਪਹਿਲਾਂ ਤਾਂ ਰੈਗੂਲਰ ਅਕਾਊਂਟ ਵੀ ਬੰਦ ਕਰ ਦਿੱਤੇ ਗਏ, ਫਿਰ ਉਹਦਾ ਜਿਹੜਾ ਪਰਸਨਲ ਅਕਾਊਂਟ ਆ ਉਹ ਵੀ ਬੰਦ ਕਰ ਦਿੱਤੇ ਗਏ ਹੈਗੇ ਆ। ਸਾਡੇ ਵੀ ਫੇਸਬੁੱਕ, YouTube ਬਾਰ-ਬਾਰ ਉੱਥੇ ਜਿਹੜੀ ਆ ਬੰਦ ਕਰ ਦਿੱਤੀ ਜਾਂਦੀ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਪ੍ਰੋਮੀਨੈਂਟ ਗੁਰਸ਼ਮੀਰ ਆ, ਜਿਹੜੇ ਪੱਤਰਕਾਰ ਮਨਦੀਪ ਪੁਨੀਆ, ਉਹਨਾਂ ਸਾਰਿਆਂ ਦੇ ਜਿਹੜੇ ਆ ਉਹ ਖਾਤੇ ਆ ਉਹ ਬੰਦ ਕਰ, ਹਾਲਾਂਕਿ ਉਹਨਾਂ ਦਾ ਸਿਰਫ ਉਹ ਪ੍ਰੋਟੈਸਟ ਨੂੰ ਕਵਰ ਕਰ ਰਹੇ ਆ। ਬਿਲਕੁਲ ਏਦਾਂ ਹੀ ਹੈ ਜੀ। ਸੋ ਉਹੀ ਕੰਮ ਜਿਹੜਾ ਉੱਥੇ ਲਗਾਤਾਰ ਚੱਲ ਰਿਹਾ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।